ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਤੁਸੀਂ ਇਸ ਸਮੇਂ ਪ੍ਰੋਗਰਾਮ ਖਬਰ ਤੇ ਨਜ਼ਰ ਸੁਣ ਰਹੇ ਹੋ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਤੇ ਚਾਨਣਾ ਪਾਈਦਾ ਹੈ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਮੌਜੂਦ ਰਹਿੰਦੇ ਨੇ। ਸੋ ਮਿੰਟੂ ਜੀ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ-ਇੱਕ ਕਰਕੇ ਖਬਰਾਂ ਤੇ ਚਾਨਣਾ ਪਾਵਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸੋ ਮਿੰਟੂ ਜੀ, ਰੁੱਖ ਆਪਾਂ ਖਬਰਾਂ ਦਾ ਕਰੀਏ ਤੇ ਜਿਸ ਤਰੀਕੇ ਦੇ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਕੁਝ ਕੁ ਦਿਨਾਂ ਤੋਂ ਜਾਪ ਰਹੀ ਹੈ, ਵੈਸੇ ਤਾਂ ਬਹੁਤ ਲੰਬੇ ਸਮੇਂ ਤੋਂ ਹੀ, ਪਰ ਆ ਬੀਤੇ 2 ਦਿਨਾਂ 'ਚ ਕਿਤੇ ਗੋਲੀ ਚੱਲ ਗਈ, ਕਿਤੇ ਪੈਟਰੋਲ ਪੰਪ ਤੇ ਨੌਜਵਾਨ ਨੂੰ ਮਿਹਨਤ ਕਰਦੇ ਨੂੰ ਮਾਰਤਾ ਤੇ ਹੁਣ ਚੌਂਕੀ ਤੇ ਇੱਕ ਵਾਰ ਫੇਰ ਹਮਲਾ ਹੈ ਜੀ। ਇਹ ਕਿੱਥੇ ਦੀ ਘਟਨਾ ਹੈ? ਦੇਖੋ, ਹੁਣੇ ਇਹ ਖਬਰ ਜਿਹੜੀ ਆ ਫਲੈਸ਼ ਹੋਈ ਆ ਕੁਝ ਨਿਊਜ਼ ਵੈਬ ਪੋਰਟਲ ਤੇ ਖਬਰ ਇਹ ਆ ਰਹੀ ਆ ਕਿਉਂਕਿ ਦੇਖੋ ਰਾਤ ਦਾ ਟਾਈਮ ਆ, ਕਨਫਰਮੇਸ਼ਨ ਯਕਦਮ ਜਿਹੜੀ ਉਹ ਸੰਭਵ ਨਹੀਂ ਹੁੰਦੀ ਕਿਉਂਕਿ ਪੁਲਿਸ ਸ਼ੁਰੂ ਦੇ ਵਿੱਚ ਇਹਨਾਂ ਚੀਜ਼ਾਂ ਤੇ ਕਹਿ ਲਓ ਕਿ ਉਹਦਾ ਰੁਖ ਵੀ ਜਿਹੜਾ ਹੁੰਦਾ ਕੁਛ ਇਸ ਕਿਸਮ ਦਾ ਹੁੰਦਾ ਕਿ ਘੱਟ ਤੋਂ ਘੱਟ ਜਾਣਕਾਰੀ ਜਿਹੜੀ ਹੈ ਪਬਲਿਕ ਡੋਮੇਨ 'ਚ ਜਾਵੇ। ਸੈਂਸਿਟਿਵ ਜੀ ਜੀ ਮਾਮਲੇ ਹੁੰਦੇ ਆ, ਪੁਲਿਸ ਦੀ ਆਪਣੀ ਛਵੀ ਨਾਲ ਜੁੜੇ ਮਾਮਲੇ ਹੋਰ ਵੀ ਉਹਦੇ ਵਾਸਤੇ ਸੰਵੇਦਨਸ਼ੀਲ ਹੋ ਜਾਂਦੇ ਨੇ। ਤਾਂ ਬਹਰਹਾਲ ਮੁੱਢਲੀ ਖਬਰ ਇਹ ਆ ਰਹੀ ਆ ਕਿ ਫਤਿਹਗੜ੍ਹ ਚੂੜੀਆਂ ਚੌਂਕੀ ਤੇ ਇੱਕ ਅਟੈਕ ਜਿਹੜਾ ਹੈ ਹੋਇਆ ਵਾ। ਹੋ ਸਕਦਾ ਹੈ ਕਿ ਇਹ ਅੱਗੇ ਵਾਂਗੂ ਜਿਵੇਂ ਸਮਾਜ ਵਿਰੋਧੀ ਅਨਸਰ ਉਹਨਾਂ ਦਾ ਘਰ ਹੈ ਜਿਨ੍ਹਾਂ ਨੂੰ ਪੁਲਿਸ ਅੱਤਵਾਦੀ ਗਤੀਵਿਧੀਆਂ ਮੰਨਦੀ ਹੈ ਕਿ ਇਹ ਉਹਨਾਂ ਹੀ ਅੱਤਵਾਦੀ ਗਤੀਵਿਧੀਆਂ ਦਾ ਹਿੱਸਾ ਹੈ ਜਿਨ੍ਹਾਂ ਲਈ ਪੁਲਿਸ ਜਿਹੜੀ ਹੈ ਉਹ ਹਮੇਸ਼ਾ ਹਰਕਤ 'ਚ ਰਹਿੰਦੀ ਹੈ। ਠੀਕ ਹੈ। ਜੇ ਆਪਾਂ ਨਵੰਬਰ ਤੋਂ ਲੈ ਕੇ ਹੁਣ ਤੱਕ ਜੋ ਮੈਨੂੰ ਮੂੰਹ ਜ਼ਬਾਨੀ ਘਟਨਾਵਾਂ ਯਾਦ ਨੇ ਤਾਂ ਲਗਭਗ 10 ਬਣਦੀਆਂ ਨੇ, ਜਿਹਦੇ ਵਿੱਚ ਪੁਲਿਸ ਨੇ ਕਿਤੇ ਕਹਿ ਦਿੱਤਾ ਜੀ ਕਿ ਟੂਬ ਫਟ ਗਈ ਆ ਤਾਂ ਜੀ ਖੜਾਕ ਆਇਆ, ਕਿਤੇ ਕੁਛ ਮਤਲਬ ਕਿ ਸ਼ੁਰੂਆਤੀ ਦੌਰ ਦੇ ਵਿੱਚ ਤੇ ਪੁਲਿਸ ਮੰਨਦੀ ਨਹੀਂ, ਉਸ ਤੋਂ ਬਾਅਦ ਫਿਰ ਆਪ ਹੀ ਕੇਸ ਰਜਿਸਟਰਡ ਕਰਕੇ ਤੇ ਕਈ ਵਾਰ ਇਨਕਾਊਂਟਰ ਵੀ ਕਰਦੀ ਆ। ਇਹ ਬਹੁਤ ਵੱਡਾ ਸਵਾਲ ਹੈ, ਜਿੱਦਾਂ ਤੁਸੀਂ ਵੀ ਕਿਹਾ ਕਿ ਕੁਝ ਹਵਾਲੇ ਦਿੱਤੇ ਲਾਅ ਐਂਡ ਆਰਡਰ ਦੇ ਨਾਲ ਜੁੜੇ ਮਸਲਿਆਂ ਦੇ ਮੁਤਲਕ। ਤਾਂ ਇਹ ਕੋਈ ਇੱਕ ਘਟਨਾ ਨਹੀਂ ਅੱਜ ਦੇ ਦਿਨ ਦੀ। ਜੇ ਆਪਾਂ ਗੱਲ ਕਰੀਏ, ਇੱਕ ਸਿੰਗਰ ਦੇ ਘਰ ਸ਼ਾਇਦ ਫਾਇਰਿੰਗ ਹੋਈ ਆ, ਪ੍ਰੇਮ ਢਿੱਲੋਂ ਦੀ ਖਬਰ ਆ ਰਹੀ ਸੀਗੀ। ਤੇ ਕਮਾਲ ਦੀ ਗੱਲ ਹੈ ਕਿ ਤੁਸੀਂ ਵੇਖੋ ਇਹੋ ਜਿਹੀਆਂ ਘਟਨਾਵਾਂ 'ਚ, ਮੈਂ ਅੰਦਰ ਦੀ ਗੱਲ ਦੱਸਣ ਚਾਹ ਰਿਹਾ ਤੁਹਾਨੂੰ ਸਰ, ਜੀ ਜੀ ਕਿ ਇਹੋ ਜਿਹੀਆਂ ਘਟਨਾਵਾਂ 'ਚ ਪੁਲਿਸ ਤੇ ਯਕੀਨ ਘੱਟ ਕੀਤਾ ਜਾਂਦਾ। ਜਿਹੜੇ ਉਹੋ ਜਿਹੇ ਬੰਦੇ ਆ ਨਾ, ਉਹਨਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ, ਜਿਹੜੇ ਭੇਤੀ ਬੰਦੇ ਆ, ਕਿ ਪਲੀਜ਼ ਯਾਰ ਪਤਾ ਕਰਕੇ ਦੱਸੋ ਕੌਣ ਨੇ ਬੰਦੇ, ਹਿਸਾਬ ਲਾ ਜੀ ਲਓ ਜੀ ਕਿ ਕੋਈ ਉਹਨਾਂ ਦੇ ਨਾਲ ਨਿਬੇੜਾ ਹੋ ਸਕੇ। ਕਈ ਵਾਰ ਜਿਹੜੇ ਬੰਦੇ ਇਸ ਤਰ੍ਹਾਂ ਸਿੱਧਾ ਨਹੀਂ ਵਿਚਰਦੇ, ਜਿਹੜੇ ਬੰਦੇ ਜਾਣਕਾਰ ਹੁੰਦੇ ਆ ਜਾਂ ਜਿਨ੍ਹਾਂ ਦੀ ਮਤਲਬ ਕਿ ਯਾਰੀ ਦੋਸਤੀ ਹੁੰਦੀ ਆ, ਜਿਹੜੇ ਭਗੌੜੇ ਬੰਦੇ ਆ ਜਾਂ ਜੇਲ੍ਹਾਂ 'ਚ ਬੈਠੇ ਬੰਦੇ ਆ, ਤਾਂ ਉਹਨਾਂ ਤੱਕ ਪਹੁੰਚ ਕੀਤੀ ਜਾਂਦੀ ਹੈ ਕਿ ਪਲੀਜ਼ ਸਾਨੂੰ ਪਤਾ ਕਰਕੇ ਦੱਸੋ, ਸਾਡਾ ਨਿਬੇੜਾ ਕਰਵਾਓ। ਜੀ ਜੀ ਇਹ ਅੰਦਰ ਦੀ ਹਕੀਕਤ ਹੈ ਇਸ ਵੇਲੇ। ਤਾਂ ਜਦੋਂ ਸੂਰਤ-ਏ-ਹਾਲ ਇਸ ਤਰ੍ਹਾਂ ਦੀ ਹੋਵੇ ਕਿ ਪੁਲਿਸ ਵੀ ਕਹਿਣ ਲੱਗ ਜਾਵੇ ਰੰਗਦਾਰੀਆਂ ਦੇ ਮਸਲੇ 'ਚ ਕਿ ਬਾਈ ਦੇ ਕੇ ਤੇ ਖੜਾ ਛਡਾਓ, ਅਸੀਂ ਹੁਣ ਕਿਹਨੂੰ ਸੁਰੱਖਿਆ ਮੁਹੱਈਆ ਕਰਵਾਈਏ, ਤਾਂ ਉਹੀ ਪੁਲਿਸ ਹੁਣ ਜਦੋਂ ਖੁਦ ਵੀ ਨਿਸ਼ਾਨੇ ਤੇ ਆ ਜਾਵੇ ਤਾਂ ਇਹ ਤਾਂ ਕਹਿ ਲਓ ਕਿ ਜਿਹੜੀ ਸਥਿਤੀ ਹੈ ਨਾ, ਉਹ ਬਿਹਤਰੀਨ ਨਹੀਂ ਬਦਤਰੀਨ ਹੋ ਗਈ ਆ। ਤੁਸੀਂ ਇੱਕ ਚੀਜ਼ ਹੋਰ ਵੇਖੋ ਕਿ ਇੱਕ ਸ਼ਾਇਦ ਕਬੱਡੀ ਖਿਡਾਰੀ ਦਾ ਕਤਲ ਕੀਤਾ ਗਿਆ ਜੀ ਜੀ 2 ਦਿਨ ਪਹਿਲਾਂ। ਇੱਕ ਪੈਟਰੋਲ ਪੰਪ ਤੇ ਇੱਕ ਗਰੀਬ ਕਰਿੰਦੇ ਨੂੰ ਗੋਲੀ ਮਾਰ ਦਿੱਤੀ ਗਈ। ਦੱਸੋ ਜੀ ਸ਼ਰਿਆ ਕਿੰਨੀਆਂ ਘਟਨਾ, ਮਤਲਬ ਕਿ ਸਰ ਇੱਥੇ ਅਸੀਂ ਆਪਸ ਦੇ ਵਿੱਚ ਗੱਲਾਂ ਕਰਦੇ ਹੁੰਦੇ ਆ, ਚਲੋ ਬੜੇ ਜ਼ਿੰਦਗੀ ਨੇ ਰੰਗ ਵਿਖਾਏ ਆ ਤੇ ਬੜੇ ਜੀ ਦੌਰਾਂ ਚੋਂ ਲੰਘੇ ਹੋਏ ਇਨਸਾਨ ਆ। ਤਾਂ ਅਸੀਂ ਅੱਜ ਦੇ ਦੌਰ 'ਚ ਜਦੋਂ ਪੁਰਾਣੇ ਬੰਦੇ ਇਕੱਠੇ ਹੋਈਏ ਤੇ ਆਖੀਦਾ ਕਿ ਭਾਈ ਮਡੀਰ ਦਾ ਕੋਈ ਪਤਾ ਨਹੀਂ ਹੈ, ਜੇ ਕਿਤੇ ਕੋਈ ਗਲਤੀ ਵੀ ਕਰਦਾ ਹੈ ਨਾ, ਇੱਕ ਵੇਲੇ ਰੋਡ ਤੇ ਜਾਂਦੇ ਆ ਜਿੱਦਾਂ ਉਦਾਂ, ਤੇ ਚੁੱਪ ਕਰਕੇ ਪਾਸੇ ਲੰਘ ਜਾਓ, ਕੋਈ ਗੱਲ ਨਹੀਂ। ਜੀ ਕਿ ਪਤਾ ਹੀ ਕੋਈ ਨਹੀਂ ਹੈ ਕਿ ਟੁੱਟੇ ਜਿਹੇ ਬੰਦੇ ਨੇ ਕੱਢ ਕੇ ਡੱਬ ਦੇ ਵਿੱਚੋਂ ਤੇ 150 ਦਾ ਕਾਰਤੂਸ ਤੁਹਾਡੀ ਛਾਤੀ 'ਚ ਭਰ ਦੇਣਾ, ਜੀ ਜੀ ਤੇ ਤੁਹਾਡੇ ਬੱਚੇ ਰੁੱਲ ਜਾਣਗੇ, ਅਗਲੇ ਦਾ ਤਾਂ ਜਾਣਾ ਹੀ ਕੱਖ ਨਹੀਂ ਹੈ ਜੀ। ਉਹ ਫੜਿਆ ਨਾ ਫੜਿਆ ਇੱਕ ਬਰੋਬਰ ਆ। ਤਾਂ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਤਾਂ ਉਸ ਸੂਰਤ ਦੇ ਵਿੱਚ ਚੀਫ ਮਿਨਿਸਟਰ ਮੰਨੇ ਹੀ ਨਾ ਇਸ ਗੱਲ। ਉਹਨਾਂ ਨੂੰ ਜਦੋਂ ਵੀ ਪੁੱਛ ਲਓ ਕਹਿੰਦੇ ਕਿ ਨਹੀਂ 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 ਸਾਡੇ, ਉਹਨਾਂ ਦਾ ਇੱਕ ਡਾਇਲੌਗ ਐਸਾ, ਉਹ ਕਹਿੰਦੇ ਹੁੰਦੇ ਆ ਜੀ ਕਿ ਇੱਥੇ ਜੋ ਮਰਜ਼ੀ ਬੀਜ ਦਿਓ ਉਗ ਪਏਗਾ, ਪਰ ਨਫ਼ਰਤ ਦੇ ਬੀਜ ਨਹੀਂ ਪੁੰਗਰਦੇ।
ਸਭ ਨਫ਼ਰਤ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੈ ਕਿ ਫਿਰਕੂ ਕੱਟੜਤਾ ਤੋਂ ਆਉਂਦੀ ਹੈ, ਤੇ ਉਹੀ ਇੱਕ ਵੱਡਾ ਮੁੱਦਾ ਬਣਦਾ ਲਾਅ ਐਂਡ ਆਰਡਰ। ਭਾਈਚਾਰਕ ਪਾਟਕ ਹੀ ਇੱਕ ਲਾਅ ਐਂਡ ਆਰਡਰ ਦਾ ਚੈਲੰਜ ਹੁੰਦਾ ਹੈ। ਸਰ ਇਹ ਘਟਨਾਵਾਂ ਵੀ ਬਹੁਤ ਵੱਡਾ ਚੈਲੰਜ ਕਿ ਤੁਹਾਡੀ ਪੁਲਿਸ ਹੀ ਹੁਣ ਯਾਨੀ ਖਬਰ ਇਹਨਾਂ ਨੇ ਵੀ ਅੰਕੜਾ ਦੇ ਦਿੱਤਾ ਹੈ ਕਿ ਅੰਮ੍ਰਿਤਸਰ ਦੇ ਵਿੱਚ 11ਵਾਂ ਬਲਾਸਟ, ਹਿਸਾਬ ਲਾ ਲਓ ਤੁਸੀਂ, ਅੰਮ੍ਰਿਤਸਰ ਦੇ ਵਿੱਚ 11ਵਾਂ ਬਲਾਸਟ। ਤਾਂ ਮਤਲਬ ਇਹ ਸਾਰਾ ਕੁਝ ਜਿਹੜਾ ਚੱਲਦਾ ਪਿਆ, ਇਹਦੀ ਜ਼ਿੰਮੇਵਾਰੀ ਜਿਹੜੀ ਹੈ ਤੈਅ ਹੋਣੀ ਚਾਹੀਦੀ ਹੈ। ਡੀਜੀਪੀ ਉਹ ਕੀ ਕਰ ਰਹੇ ਨੇ, ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ, ਉਹਨਾਂ ਦੀ ਪੁਲਿਸ ਕੀ ਕਰ ਰਹੀ ਹੈ, ਪੁਲਿਸ ਕਿਉਂ ਨਹੀਂ ਇਹਨਾਂ ਘਟਨਾਵਾਂ ਨੂੰ ਰੋਕ ਰਹੀ। ਸਵਾਲ ਹੋਣੇ ਚਾਹੀਦੇ, ਯੋਜਨਾ ਬਣਨੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਰੋਕੀਆਂ ਜਾ ਸਕਦੀਆਂ। ਪਰ ਜਿਨ੍ਹਾਂ ਨੇ ਇਹ ਸਭ ਕੁਝ ਕਰਨਾ ਹੁੰਦਾ ਹੈ, ਜਿਨ੍ਹਾਂ ਨੇ ਸਭ ਕੁਝ ਕਰਨਾ ਹੁੰਦਾ ਹੈ, ਜਾਂ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਨੇ ਜਵਾਬਦੇਹੀ ਤੈਅ ਕਰਨੀ, ਉਹ ਕਿੱਥੇ ਨੇ? ਸਰ ਉਹਨਾਂ ਨੂੰ ਤੇ ਇਸ ਵੇਲੇ ਇੱਕੋ ਜੋ ਜ਼ਿੰਮੇਵਾਰੀ ਹੈ ਤਾਂ ਉਹ ਮੇਰੇ ਖਿਆਲ ਦੇ ਨਾਲ ਚੋਣਾਂ ਦੀ ਜ਼ਿੰਮੇਵਾਰੀ ਨਜ਼ਰ ਆਉਂਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਬਈ ਅਸੀਂ ਇਲੈਕਸ਼ਨ ਦਿੱਲੀ ਵਾਲਾ ਜਿੱਤ ਲਈਏ ਤੇ ਬੱਲੇ ਬੱਲੇ ਨੂੰ ਪੈ ਜਾਈਏ। ਪਰ ਇੱਥੇ ਦੀ ਹਾਲਤ ਜਿਹੜੀ ਹੈ ਸਰ ਉਹ ਬਹੁਤ ਹੀ, ਮੈਂ ਕਹੂੰਗਾ ਕਿ ਲਾਅ ਐਂਡ ਆਰਡਰ ਦੇ ਪੱਖੋਂ ਤੇ ਮਾੜੀ ਹੋਈ ਪਈ ਆ, ਮੰਦਭਾਗੀ। ਸੋ ਡੇਰਾ ਮੁਖੀ ਦਾ ਇੱਕ ਹੋਰ ਵੱਡਾ ਦਾਅਵਾ ਸਾਹਮਣੇ ਆਇਆ ਜੀ, ਕੀ ਦਾਅਵਾ ਕਰ ਰਹੇ ਨੇ ਡੇਰਾ ਮੁਖੀ ਬਾਹਰ ਆ ਕੇ? ਡੇਰਾ ਮੁਖੀ ਐਵੇਂ ਹੁਣ ਉਹ ਗੱਲਾਂ ਜਿਹੜੀਆਂ ਨੇ ਬਈ ਇਦਾਂ ਦਾ ਹੁੰਦਾ ਮਸਲਾ ਕਿ ਉਹ ਜਦੋਂ ਬੋਲਦਾ, ਸੰਬੋਧਨ ਕਰਦਾ ਆਪਦੇ ਪੈਰੋਕਾਰਾਂ ਨੂੰ, ਤਾਂ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਮਸਲਾ ਹੁੰਦਾ ਕਿ ਸਭ ਉਹ ਜੇ ਕੋਈ ਬਿਮਾਰੀ ਦਾ ਮਸਲਾ ਚੁੱਕੇ ਤੇ ਉਹ ਡਾਕਟਰ ਬਣ ਜਾਂਦਾ ਹੈ। ਜੀ ਜੀ। ਜੇ ਕੋਈ ਕਲਾ ਨਾਲ ਜੁੜਿਆ ਕੋਈ ਗੱਲਬਾਤ ਦਾ ਮਜ਼ਮੂਨ ਹੋਵੇ ਤੇ ਉਹ ਡਾਇਰੈਕਟਰ, ਪ੍ਰੋਡਿਊਸਰ, ਪਤਾ ਨਹੀਂ ਕਿਆ ਕਿਆ ਬਣ ਜਾਂਦਾ ਸੀ। ਜੀ ਜੀ। ਮਤਲਬ ਕਿ ਉਹ ਹਮੇਸ਼ਾ ਸਿੱਧ ਕਰਦਾ ਹੈ ਕਿ ਤੁਸੀਂ ਨਾਮ ਲਵੋ। ਮੈਂ ਉਹਦੇ ਵਿੱਚ ਨਿਪੁੰਨਤਾ ਬਚਪਨ 'ਚ ਹੀ ਹਾਸਲ ਕਰ ਲਈ ਸੀ। ਨਰਿੰਦਰ ਮੋਦੀ ਜੀ ਦੇ ਨਾਲ ਮਿਲਦੇ ਜੁਲਦੇ ਲੱਛਣ ਹੈਗੇ ਨੇ ਇਹਨਾਂ ਦੇ। ਉਹ ਜਿਵੇਂ ਹਰੇਕ ਤੁਹਾਨੂੰ ਮਤਲਬ ਕਿ ਤੁਸੀਂ ਨਰਿੰਦਰ ਮੋਦੀ ਜੀ ਦੇ ਭਾਸ਼ਣ ਨੂੰ ਗੌਰ ਨਾਲ ਸੁਣਿਓ, ਉਹ ਹਮੇਸ਼ਾ ਮਤਲਬ ਕਿ ਉਹ ਸਿੱਧ ਕਰਨ ਦਾ ਯਤਨ ਕਰਦੇ ਆ ਕਿ ਉਹ ਗੈਰ ਸਧਾਰਨ ਨੇ, ਇਨਸਾਨ ਹੈ ਹੀ ਨਹੀਂ। ਉਹਨਾਂ ਨੇ ਖੁਦ ਡਿਕਲੇਅਰ ਕਰ ਰੱਖਿਆ ਸੀ, ਨਰਿੰਦਰ ਮੋਦੀ ਜੀ ਨੇ ਡਿਕਲੇਅਰ ਕਰ ਰੱਖਿਆ ਹੈ ਕਿ ਉਹ ਅਸਲ ਦੇ ਵਿੱਚ ਮਤਲਬ ਕਿ ਉਹ ਇਨਸਾਨ ਆਮ ਹੈ ਹੀ ਨਹੀਂ ਹੈ। ਤਾਂ ਉਦਾਂ ਹੀ ਡੇਰਾ ਮੁਖੀ ਹੈ। ਡੇਰਾ ਮੁਖੀ ਨੂੰ ਵੀ ਤੁਸੀਂ ਦੇਖਿਆ ਹੋਣਾ ਫਿਲਮਾਂ 'ਚ, ਬਹੁਤ ਜੀ ਜੀ ਤਾਕਤ ਫਿਲਮਾਂ ਬਣਾਈਆਂ ਹੋਈਆਂ ਨੇ। ਗੱਲ ਇਹ ਆ ਕਿ ਉਹ ਹੁਣ ਕਹਿ ਰਿਹਾ ਹੈ ਕਿ ਬਈ ਜਿਹੜੀ T20 ਕ੍ਰਿਕਟ ਸ਼ੁਰੂ ਹੀ ਮੈਥੋਂ ਹੋਈ ਆ, ਮੈਂ ਤਾਂ 90 'ਚ ਹੀ ਸ਼ੁਰੂ ਕਰਵਾਤੀ ਸੀ ਜੀ। ਤੇ ਉਸ ਵੇਲੇ ਬਈ ਇਹ ਖੇਡਦੇ ਨਹੀਂ ਸੀ, ਕੋਈ ਬੇਮੁਖ ਜੇ ਹੁੰਦੇ ਸੀ ਵੀ ਇਹ ਵੀ ਕੋਈ ਕ੍ਰਿਕਟ ਆ। ਹੁਣ ਵੇਖੋ ਕ੍ਰਿਕਟ ਚੱਲ ਹੀ ਰਹੀ ਹੈ। ਸਭ ਪਤਾ ਨਹੀਂ ਜੀ 1990 ਦੇ ਵਿੱਚ ਤਾਂ ਇਹੋ ਜਿਹਾ ਹਾਲ ਸੀਗਾ। ਦੇਖੋ ਅਸੀਂ ਕ੍ਰਿਕਟ ਵੇਖਣੀ ਸ਼ੁਰੂ ਕੀਤੀ ਆ 88 ਤੋਂ ਜੀ ਜੀ। ਇਹੋ ਜਿਹਾ ਹਾਲ ਸੀਗਾ ਕਿ T20 ਸੋਚ ਵੀ ਨਹੀਂ ਸੀ ਸਕਦਾ ਕੋਈ ਸਾਹਿਬ, ਜਿਹੜੇ ਉਸ ਵੇਲੇ ਦੇ ਮੇਰੇ ਹਮ ਉਮਰ ਹੋਣਗੇ ਜਾਂ ਮੇਰੇ ਸਮਕਾਲੀ ਹੋਣਗੇ, T20 ਕੋਈ ਸੋਚ ਨਹੀਂ ਸਕਦਾ। ਹਾਂ ਸਭ ਅਸੀਂ ਕ੍ਰਿਕਟ ਖੇਡਣੀ ਸਟਾਰਟ ਕੀਤੀ ਜੀ ਤਾਂ ਅਸੀਂ ਆਮ ਤੌਰ ਤੇ ਇੱਕ ਮਤਲਬ 5 ਓਵਰ ਦਾ, 10 ਓਵਰ ਦਾ ਜਾਂ 7 ਓਵਰ ਦਾ ਮੈਚ ਖੇਡਦੇ ਹੁੰਦੇ ਸੀ। ਹੁਣ ਇੱਕ ਕ੍ਰਿਕਟ ਜਿਹੜੀ ਹੈ ਉਹ ਤੁਹਾਨੂੰ ਪਤਾ ਹੈ 100 ਵੀ ਚੱਲਦੀ ਹੈ, ਇੱਕ 10 ਓਵਰਾਂ ਦੀ ਵੀ ਚੱਲਦੀ ਹੈ। ਕਿ ਉਹ ਕਹਦੀ ਹੈ ਕਿ ਅਸੀਂ ਸ਼ੁਰੂ ਕੀਤੀ ਸੀ ਜੀ ਜੀ। ਮਲੂਕਪੁਰਾ ਸਾਡਾ ਫਾਈਨਲ ਸੀਗਾ, ਉਹ 20 ਓਵਰਾਂ ਦਾ ਉਸ ਵੇਲੇ ਕਰਵਾਇਆ ਜੀ। ਫਿਰ ਮੈਂ ਵੀ ਉਸ ਕਤਾਰ 'ਚ ਆ ਸਕਦਾ ਕਿ ਅਸੀਂ ਅਸਲ ਦੇ ਵਿੱਚ T20 ਕ੍ਰਿਕਟ ਜਿਹੜੀ ਸੀ ਨਾ ਸ਼ੁਰੂ ਕੀਤੀ ਸੀ ਜੀ। ਮਤਲਬ ਇੱਥੇ ਤਾਂ ਕੋਈ ਖੇਡ ਨਹੀਂ ਸਕਦਾ, ਅਸੀਂ ਤਾਂ ਟੂਰਨਾਮੈਂਟ ਖੇਡੇ ਇਸ ਤਰ੍ਹਾਂ। ਤਾਂ ਮਤਲਬ ਕਿ ਇਹ ਠੀਕ ਆ ਕਿ ਕ੍ਰਿਕਟ ਜਿਹੜੀ ਹੁੰਦੀ ਹੈ ਉਹ ਆਪੋ ਆਪ ਦੇ ਹਿਸਾਬ ਕਿਤਾਬ ਦੇ ਨਾਲ, ਕਿਉਂਕਿ 50 ਓਵਰਾਂ ਦੀ ਕ੍ਰਿਕਟ ਜਿਹੜੀ ਹੈ ਉਹ ਸੰਭਵ ਨਹੀਂ ਹੁੰਦੀ। ਕਈ ਮੌਕਿਆਂ ਤੇ ਆਪਾਂ ਦੇਖਦੇ ਹਾਂ ਜੀ ਜੀ ਟੂਰਨਾਮੈਂਟ ਫਾਰਮੈਟ ਉਸ ਹਿਸਾਬ ਨਾਲ ਸੈੱਟ ਕਰ ਲਏ ਜਾਂਦੇ ਆ। ਕਿਤੇ ਜ਼ਿਆਦਾ ਟੀਮਾਂ ਹੁੰਦੀਆਂ, ਅੱਜ ਕੱਲ 3-3 ਓਵਰਾਂ ਦੇ ਮੈਚ ਲੱਗ ਰਹੇ ਜੀ ਜੀ ਲੱਗ ਰਹੇ। ਤਾਂ ਗੱਲ ਇਹ ਹੈ ਕਿ ਇਹ ਹੁਣ ਛੰਡੀ ਜਾਂਦਾ, ਕੋਈ ਇਸ ਚੀਜ਼ ਦਾ ਮੇਰੇ ਖਿਆਲ ਦੇ ਨਾਲ ਕੋਈ ਸਾਰਥਕ
ਜਾਂ ਕੋਈ ਵੱਡਾ ਕੋਈ ਪ੍ਰਮਾਣ ਤੇ ਹੈ ਨਹੀਂਗਾ, ਹੋ ਵੀ ਸਕਦਾ ਬਾਕੀ ਕਿਤੇ ਇਹਨਾਂ ਨੇ ਕੋਈ ਸ਼ੁਰੂ ਕੀਤਾ ਹੋਵੇ, ਪਰ T20 ਇਹ ਸ਼ਬਦ ਨਹੀਂ ਸੀ ਉਸ ਵੇਲੇ ਹੈਗਾ ਸੀ। ਜੀ ਉਸ ਜੀ ਵੇਲੇ T20 ਸ਼ਬਦ ਇਹ ਮੇਰੇ ਕਿਸੇ ਵੀ ਹਮ ਉਮਰ ਤੋਂ ਜਿਹੜਾ ਕ੍ਰਿਕਟ ਤੋਂ ਵਾਕਫ ਹੈ ਉਸ ਤੋਂ ਪੁੱਛ ਲੈਣਾ ਤੁਸੀਂ ਕਿ ਕੀ 90 ਦੇ ਦੌਰ ਦੇ ਵਿੱਚ T20 ਵਰਗਾ ਸ਼ਬਦ ਜਿਹੜਾ ਇਸਤੇਮਾਲ ਹੁੰਦਾ ਸੀ ਜਾਂ ਸੋਚਿਆ ਜਾ ਸਕਦਾ। ਇਹ ਤਾਂ ਕਹਿੰਦੇ ਜੀ ਸਨੈਕ ਕੈਚਰ ਵੀ ਅਸੀਂ ਬਣਾਇਆ ਸੀਗਾ ਜੀ, ਦੁਨੀਆ ਤੇ ਜਿਹੜਾ ਸਨੈਕ ਕੈਚਰ ਬਣਿਆ ਹੈ ਜਿਹਦੇ ਨਾਲ ਸੱਪ ਫੜੇ ਜਾਂਦੇ ਨੇ, ਇਹ ਕਹਿੰਦਾ ਜੀ ਕਿ ਜੀ ਅਸੀਂ ਬਣਾਇਆ ਸੀ। ਕਹਿੰਦਾ ਮੈਂ ਤੇ ਇਹ ਕੰਮ 90-95 ਵਿੱਚ ਇੱਕ ਤੇ ਚੰਨੀ ਵਾਂਗੂ ਕੰਮ ਤੇ ਕੁਛ ਛੱਡਿਆ ਨਹੀਂ। ਹੂੰ ਉਤੋਂ ਕਹਿੰਦੇ ਵੀ ਪੇਟੈਂਟ ਵੀ ਮੈਨੂੰ ਕਹਿੰਦੇ ਸੀ ਕਿ ਕਰਵਾ ਲਾ, ਮੈਂ ਨਹੀਂ ਕਰਵਾਇਆ। ਵਿਰਾਟ ਕੋਹਲੀ ਦਾ ਕਹਿੰਦਾ ਉਸਤਾਦ ਮੈਂ, ਜੀ ਜੀ ਵਿਰਾਟ ਕੋਹਲੀ ਨੂੰ ਕ੍ਰਿਕਟ ਮੈਂ ਸਿਖਾਈ, ਤੇ ਵਿਰਾਟ ਕੋਹਲੀ ਦਾ ਤਾਂ ਕੋਚ ਸਾਹਿਬ ਥੋੜੇ ਦਿਨ ਪਹਿਲਾਂ ਦਿੱਲੀ ਦੇ ਵਿੱਚ ਮੌਜੂਦ ਸੀਗਾ ਜਿਸ ਨੇ ਉਹਨੂੰ ਜੀ ਤਰਾਸ਼ਿਆ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਇਹ ਡੇਰਾ ਮੁਖੀ ਕਰਦਾ ਰਹਿੰਦਾ ਹੈ, ਜਿਹਦੇ ਨਾਲ ਇਹ ਹਮੇਸ਼ਾ ਸਿੱਧ ਕਰਨ ਚ ਲੱਗਾ ਰਹਿੰਦਾ ਹੈ ਕਿ ਤੁਸੀਂ ਦੁਨੀਆ ਦੀ ਕੋਈ ਗੱਲ ਕਰੋ, ਉਹ ਸਭ ਕੁਝ ਮੈਨੂੰ ਪਤਾ ਹੈ, ਮੈਂ ਉਹਦੇ ਵਿੱਚ ਬਈ ਟੌਪ ਤੇ ਆ। ਚਾਹੇ ਮਿਊਜ਼ਿਕ ਦੀ ਗੱਲ ਕਰ ਲਓ, ਚਾਹੇ ਉਹ ਕਹਿੰਦਾ ਕਿ ਵੀ ਮੈਂ ਤਾਂ ਮਤਲਬ ਕਿ ਉਹੀ ਗੱਲ ਕਰੋ, ਬਸ ਮੈਂ ਤਾਂ ਸਿਖਰ ਤੇ ਖਲੋਤਾ। ਅਰਸਤੂ ਅੱਜ ਦਾ ਉਹ ਕਹਿ ਸਕਦੇ ਆ ਆਪਣੇ ਆਪ ਨੂੰ ਸਿੱਧ ਕਰਨ ਚ ਲੱਗਾ। ਪਰ ਇਹ ਚਲੋ ਫਜ਼ੂਲ ਦਾਅਵੇ ਆ, ਜਿਸ ਨੇ ਮੰਨਣੇ ਮੰਨੀ ਜਾਵੇ, ਕੋਈ ਜਿਸ ਨੇ ਨਹੀਂ ਤੇ ਨਕਾਰ ਦੇਵੇ। ਅੱਜ ਡੇਰਾ ਮੁਖੀ ਦੇ ਨਾਲ ਜੁੜੀ ਇੱਕ ਹੋਰ ਵੀ ਅਹਿਮ ਖਬਰ ਸੀਗੀ। ਜੀ ਉਹ ਖਬਰ ਸੀ ਕਿ ਸੁਪਰੀਮ ਕੋਰਟ ਨੇ ਇਹਨੂੰ ਰਾਹਤ ਨਹੀਂ ਦਿੱਤੀ। ਤੁਹਾਨੂੰ ਯਾਦ ਹੋਣਾ ਬੇਅਦਬੀਆਂ ਦਾ ਮਾਮਲਾ ਜੋ ਗੁਰਜਵਾਰ ਸਿੰਘ ਤੋਂ ਸਟਾਰਟ ਹੋਇਆ ਬਰਗਾੜੀ ਦੇ ਵਿੱਚ, ਜਿਸ ਨੂੰ ਬਹੁਤ ਦੁਖਦ ਤਰੀਕੇ ਦੇ ਨਾਲ ਅੰਜਾਮ ਦਿੱਤਾ, ਜਿਸ ਤੋਂ ਬਾਅਦ ਪੰਜਾਬ ਇੱਕ ਕਹਿ ਲਓ ਕਿ ਭਿਆਨਕ ਸਦਮੇ 'ਚ ਚਲਾ ਗਿਆ। ਤਾਂ ਉਹ ਮਾਮਲਾ ਇਸ ਤਰ੍ਹਾਂ ਦਾ ਸੀਗਾ ਕਿ ਸੀਬੀਆਈ ਨੂੰ ਦਿੱਤਾ ਗਿਆ, ਉਸ ਵੇਲੇ ਬਾਦਲ ਸਰਕਾਰ ਸੀਗੀ, ਤਾਂ ਫਿਰ ਸੀਬੀਆਈ ਤੋਂ ਕੇਸ ਵਾਪਸ ਲੈ ਲਿਆ ਸੀਗਾ ਕਾਂਗਰਸ ਸਰਕਾਰ ਨੇ ਕੰਸੈਂਟ ਖਤਮ ਕਰਕੇ। ਤਾਂ ਹੁਣ ਹੁੰਦਾ ਕੀ ਆ ਕਿ ਇਹਨਾਂ ਨੇ ਇਸ ਫੈਸਲੇ ਨੂੰ ਚੈਲੰਜ ਕੀਤਾ ਹੋਇਆ ਸੀਗਾ ਸੁਪਰੀਮ ਕੋਰਟ 'ਚ, ਤਾਂ ਸੁਪਰੀਮ ਕੋਰਟ ਨੇ ਫੌਰੀ ਰੋਕ ਨਹੀਂ ਲਾਈ ਜੀ, ਇਹਨਾਂ ਨੂੰ ਰਾਹਤ ਨਹੀਂ ਦਿੱਤੀ, ਜਦ ਕਿ ਪੰਜਾਬ ਸਰਕਾਰ ਨੂੰ 3 ਹਫ਼ਤਿਆਂ 'ਚ ਜਵਾਬ ਦਾਖਲ ਕਰਨ ਵਾਸਤੇ ਸਮਾਂ ਦੇ ਦਿੱਤਾ ਹੈ। ਤਾਂ ਇਹਦਾ ਮਤਲਬ ਇਹ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਹੁੰਦਾ ਹੈ ਤਾਂ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਮੰਨੀ ਜਾਊਗੀ, ਤਾਂ ਫਿਰ ਕੋਰਟ ਦੇ ਵਿੱਚ ਟ੍ਰਾਇਲ ਦਾ ਰਸਤਾ ਖੁੱਲ ਜਾਏਗਾ। ਇਹ ਇੱਕ ਬਹੁਤ ਵੱਡਾ ਝਟਕਾ ਹੋਏਗਾ। ਤੇ ਉਹ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤੇ ਜਿਹੜੀ ਸੀਬੀਆਈ ਦੀ ਮੰਗ ਕਰਦੇ ਕਿ ਸੀਬੀਆਈ ਨੂੰ ਹੀ ਜਾਂਚ, ਕਿਉਂਕਿ ਉਹ ਕਰ ਚੁੱਕੀ ਹੈ, ਉਹਦੀ ਜਾਂਚ ਨੂੰ ਹੀ ਮੰਨਿਆ ਜਾਵੇ, ਤਾਂ ਉਹਦੇ ਵਿੱਚ ਤੇ ਸਰ ਉਹ ਕਲੋਜ਼ਰ ਰਿਪੋਰਟ ਦਾਖਲ ਕਰ ਚੁੱਕੇ ਨੇ ਅੱਜ ਤੋਂ ਕਈ ਸਾਲ ਪਹਿਲਾਂ। ਉਦੋਂ ਸ਼ਾਇਦ ਇਸ ਗੱਲ ਦਾ ਲੋਕਾਂ ਨੂੰ ਖੁੱਲ ਕੇ ਨਹੀਂ ਸੀ ਪਤਾ ਕਿ ਕੀ ਚੱਲ ਰਿਹਾ, ਪਰ ਹੁਣ ਤੇ ਆਪਾਂ ਨੂੰ ਪਤਾ ਨਾ ਕਿ ਕੇਂਦਰੀ ਏਜੰਸੀ ਉਹ ਕੇਂਦਰ ਦੇ ਮੁਤਹਿਦ ਹੈ, ਤੇ ਕੇਂਦਰ ਤੇ ਜਿਹੜੀ ਇੱਥੋਂ ਦੀ ਭਾਜਪਾ ਸਰਕਾਰ ਹੈ ਸੂਬੇ ਦੀ, ਉਹ ਤਾਂ ਮਤਲਬ ਕਿ ਨਿਹਾਲ ਹੋਈ ਪਈ ਹੈ, ਇਹਨਾਂ ਡੇਰੇ ਵਾਲਿਆਂ ਤੇ ਨਿਹਾਲ ਹੈ, ਉਹ ਡੁੱਲੀ ਪਈ ਆ। ਤਾਂ ਮਤਲਬ ਕਿ ਉਹ ਜੋ ਜ਼ਰੂਰਤ ਉਹਦੀ ਆਂਦੇ ਹੁੰਦੇ ਨਾ, ਤੂੰ ਮੇਰਾ ਪਿੰਡਾ ਖੁਰਕ ਤੇ ਮੈਂ ਤੇਰਾ ਪਿੰਡਾ ਖੁਰਕਾਂ, ਉਹ ਵੋਟ ਭਾਲਦੇ ਨੇ, ਇਹ ਇਹਨਾਂ ਨੂੰ ਸਪੋਰਟ ਲੋੜ ਹੁੰਦੀ ਆ ਕਿਉਂਕਿ ਫਸਿਆ ਪਿਆ। ਉਹ ਜਿਹੜੀ ਕਲੋਜ਼ਰ ਰਿਪੋਰਟ ਆ ਹੁਣ ਉਹ ਵੀ ਸ਼ੱਕ ਦੇ ਦਾਇਰੇ 'ਚ ਆ ਕਿ ਸੀਬੀਆਈ ਨੇ ਉਸ ਵੇਲੇ ਜੋ ਕਲੋਜ਼ਰ ਰਿਪੋਰਟ ਫਾਈਲ ਕੀਤੀ ਉਦੋਂ ਲੋਕਾਂ ਦਾ ਇੰਨਾ ਧਿਆਨ ਨਹੀਂ ਸੀ ਗਿਆ, ਕਿਉਂਕਿ ਪੈਰੋਲ ਵਗੈਰਾ ਜਿਹੜਾ ਹੈ ਨਾ ਇਹ ਸਾਰਾ ਕੁਝ ਨਹੀਂ ਸੀ ਉਸ ਵੇਲੇ ਚੱਲਦਾ ਪਿਆ ਐਪੀਸੋਡ। ਪਰ ਅੱਜ ਜਿਸ ਤਰ੍ਹਾਂ ਇਹ ਐਪੀਸੋਡ ਚੱਲ ਰਿਹਾ ਹੈ ਉਤੋਂ ਉਹ ਜਿਹੜੀ ਕਲੋਜ਼ਰ ਰਿਪੋਰਟ ਹੈ ਸਾਹਿਬ, ਉਹ ਵੀ ਕਿਤੇ ਨਾ ਕਿਤੇ ਸ਼ੱਕ ਜਾਂ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ। ਜੀ ਜੀ ਸੋ ਵੇਖਦੇ ਆ ਹੁਣ ਬਣਦਾ ਕੀ ਹੈ ਇਸ ਮਾਮਲੇ 'ਚ ਅੱਗੇ। ਵੈਸੇ ਤਾਂ ਐ ਜਾਪਦਾ ਜਿਵੇਂ ਕੇਂਦਰ 'ਚ ਖਬਰਾਂ ਦੇ ਕੇਂਦਰ ਦੇ ਵਿੱਚ ਰਹਿਣ ਦੀ ਕੋਸ਼ਿਸ਼ ਹੀ ਹਮੇਸ਼ਾ ਡੇਰੇ ਵਾਲਾ ਸਾਧ ਕਰਦਾ, ਜਦੋਂ ਵੀ ਬਾਹਰ ਆਉਂਦਾ ਇਹੋ ਜਿਹੀਆਂ ਬਹੁਤ ਬੇਤੁਕੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਆਪਾਂ ਅੱਗੇ ਚੱਲਦੇ ਹਾਂ। ਅਗਲੀ ਖਬਰ ਲੁਧਿਆਣਾ ਪੱਛਮੀ ਤੋਂ ਆ ਰਹੀ ਹੈ, ਜਿੱਥੇ ਬੀਤੇ ਦਿਨੀ ਰਾਤ ਦੇ ਸਮੇਂ ਇੱਕ ਦੁਖਦ ਖਬਰ ਆਉਂਦੀ ਹੈ ਕਿ ਐਮਐਲਏ ਸਾਹਿਬ ਦੇ ਗੋਲੀ ਲੱਗਣ ਦੀ ਵਜ੍ਹਾ ਨਾਲ ਮੌਤ ਹੋ ਜਾਂਦੀ ਹੈ। ਉੱਥੇ ਹੁਣ ਤਿਰਕੋਣਾ ਜਿਹਾ ਮੁਕਾਬਲਾ ਬਣਨਾ ਵੀ ਸ਼ੁਰੂ ਹੋ ਗਿਆ ਜੀ ਕਹਿੰਦੇ। ਗੁਰਪ੍ਰੀਤ ਜੀ ਉਹ ਤਿਕੋਣਾ ਹੀ ਮੁਕਾਬਲਾ ਹੋਏਗਾ, ਇਹ ਸਾਫ਼ ਹੈ ਮੇਰੇ ਖਿਆਲ ਦੇ ਨਾਲ। ਜਿਸ ਦਿਨ ਇਹ ਸੀਟ ਖਾਲੀ ਹੋਈ ਅਨਫੋਰਚੂਨੇਟਲੀ ਸਭ ਕੁਝ ਵਾਪਰਿਆ ਜਿੱਦਾਂ ਤੁਸੀਂ ਦੱਸਿਆ ਵੀ ਹੈ, ਤਾਂ ਜਿਸ ਦਿਨ ਇਹ ਸਭ ਕੁਝ ਵਾਪਰਿਆ ਸੀ ਸਮਝ ਲਓ ਕਿ ਉਸ ਦਿਨ ਹੀ ਤਿਕੋਣਾ ਮਾਮਲਾ ਤੇ ਬਣ ਗਿਆ ਜੀ।
ਕਿਉਂਕਿ ਆਪਾਂ ਜੇ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਦਾ ਵੀ ਉੱਥੇ ਪ੍ਰਭਾਵ ਹੈ, ਲੁਧਿਆਣੇ 'ਚ ਸੀਗਾ ਪਹਿਲਾਂ ਵੀ, ਪਰ ਜੀ ਰਵਨੀਤ ਜੀ ਬਿੱਟੂ ਦੇ ਆਉਣ ਦੇ ਨਾਲ ਉਹ ਪ੍ਰਭਾਵ ਥੋੜਾ ਵਧਿਆ, ਘਟਿਆ ਨਹੀਂ ਹੈ। ਤੇ ਵੈਸੇ ਵੀ ਭਾਜਪਾ ਜੇ ਗੋਲਬੰਦੀ ਸਟਾਰਟ ਕਰੇਗੀ ਪੰਜਾਬ ਦੇ ਵਿੱਚ, ਤਾਂ ਉਹਦਾ ਜਿਹੜਾ ਕਹਿ ਲਓ ਕਿ ਪੂਰਾ ਸੈਂਟਰ ਹੋਏਗਾ ਉਹ ਲੁਧਿਆਣਾ ਹੋਏਗਾ ਸਰ। ਤਾਂ ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਨੂੰ, ਦੇਖੋ ਪੋਜੀਸ਼ਨ ਕਿਹੜੀ ਆਉਂਦੀ ਹੈ, ਪਹਿਲੀ ਆਉਂਦੀ ਹੈ, ਤੀਜੀ ਆਉਂਦੀ ਹੈ, ਇਹ ਸਮਾਂ ਤੈਅ ਕਰਦਾ ਹੁੰਦਾ ਹੈ। ਪਰ ਮੈਂ ਜੀ ਉਸ ਨੂੰ ਮਤਲਬ ਕਿ ਇਸ ਫਾਈਟ ਦੇ ਵਿੱਚ ਸ਼ੁਰੂ ਤੋਂ ਮੰਨਦਾ ਹਾਂ, ਤੇ ਤੁਸੀਂ ਵੀ ਮੇਰੇ ਖਿਆਲ ਦੇ ਨਾਲ ਸਹਿਮਤ ਹੋਵੋਗੇ ਇਸ ਗੱਲ ਨਾਲ। ਤੇ ਦੂਜੀ ਧਿਰ ਹੈ ਵੱਡੀ ਕਾਂਗਰਸ ਦਾ ਹਮੇਸ਼ਾ ਉੱਥੇ ਹੋਲਡ ਰਿਹਾ, ਇੱਥੋਂ ਤੱਕ ਕਿ ਜਿਹੜੇ ਗੁਰਪ੍ਰੀਤ ਜੀ ਸੀਗੇ, ਤੁਹਾਨੂੰ ਯਾਦ ਜੀ ਹੋਵੇ ਜੀ ਜੀ ਗੁਰਪ੍ਰੀਤ ਜਿਹੜੇ ਗੋਗੀ ਸੀਗੇ, ਇਹ ਖੁਦ ਵੀ ਤਾਂ ਕਾਂਗਰਸੀ ਸੀਗੇ ਨਾ, ਜੀ ਕਾਂਗਰਸੀ ਸੀਗੇ, ਇਹਨਾਂ ਨੂੰ ਟਿਕਟ ਨਹੀਂ ਮਿਲੀ। ਭਾਰਤ ਭੂਸ਼ਣ ਆਸ਼ੂ ਨੇ ਟਿਕਟ, ਭਾਰਤ ਭੂਸ਼ਣ ਆਸ਼ੂ ਦੀ ਦੇਖੋ ਜੋ ਮਰਜ਼ੀ ਹੈ, ਭਾਰਤ ਭੂਸ਼ਣ ਆਸ਼ੂ ਲੁਧਿਆਣੇ ਦੀ ਰਾਜਨੀਤੀ ਦੇ ਵਿੱਚ ਪੂਰਾ ਕਿੰਗ ਹੈ, ਜੀ ਜੀ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਣੀ ਚਾਹੀਦੀ। ਤਾਂ ਭਾਰਤ ਭੂਸ਼ਣ ਆਸ਼ੂ ਜਦੋਂ ਵੇਖਿਆ ਕਿ ਉਹ ਬਹੁਤ ਵੱਡਾ ਚਿਹਰਾ ਹੈ, ਤਾਂ ਗੋਗੀ ਨੇ ਫੈਸਲਾ ਲਿਆ, ਔਰ ਉਹ ਫੈਸਲਾ ਬਹੁਤ ਕਾਮਯਾਬ ਸਿੱਧ ਹੋਇਆ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜਿਹੜਾ ਬੰਦਾ ਕਿਸੇ ਬੰਦੇ ਦੇ ਥੱਲੇ ਕੰਮ ਕਰ ਰਿਹਾ ਹੋਵੇ, ਕਿਉਂਕਿ ਟੌਪ ਤੇ ਤਾਂ ਭਾਰਤ ਭੂਸ਼ਣ ਆਸ਼ੂ ਸੀ, ਉਸਨੇ ਬਹੁਤ ਵੱਡਾ ਝਟਕਾ ਦਿੱਤਾ, ਜ਼ਖਮ ਦਿੱਤਾ ਕਾਂਗਰਸ ਆਸ਼ੂ। ਤਾਂ ਕਹਿ ਸਕਦੇ ਆਪਾਂ ਜੀ ਕਿ ਇਸ ਤੋਂ ਬਾਅਦ ਚਲੋ ਸਾਰਾ ਦ੍ਰਿਸ਼ਟਾਂਤ ਹੈ ਜਿਹੜਾ ਉਹ ਬਦਲ ਜਾਂਦਾ ਹੈ। ਤਾਂ ਕਿਉਂਕਿ ਇੱਕ ਸਮੱਸਿਆ ਜਿਹੜੀ, ਠੀਕ ਆ, ਪੁਲਿਸ ਨੇ ਜੋ ਵੀ ਕਾਰਵਾਈ ਕੀਤੀ, ਮੈਂ ਇਸ ਹਾਦਸੇ ਨੂੰ ਸ਼ੱਕੀ ਹੀ ਨਹੀਂ, ਤਕਰੀਬਨ ਖੁਦਕੁਸ਼ੀ ਮੰਨਦਾ। ਤੇ ਜੋ ਉਹਨਾਂ ਦੇ ਪੋਲੀਟੀਕਲ ਐਕਸ਼ਨ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ, ਤਾਂ ਮੈਨੂੰ ਲੱਗਦਾ ਕਿ ਜੇ ਆਪਾਂ ਗੱਲ ਕਰੀਏ ਤਾਂ ਉਹ ਰਾਜਨੀਤਿਕ ਤੌਰ ਤੇ ਸੰਤੁਸ਼ਟ ਨਹੀਂ ਸਨ ਗੋਗੀ ਜੀ, ਤੁਸੀਂ ਦੇਖਿਆ ਹੋਣਾ, ਜੀ ਜੀ ਕਿਉਂਕਿ ਅਫਸਰਸ਼ਾਹੀ ਉਹਨਾਂ ਦਾ ਕਹਿਣਾ ਨਹੀਂ ਮੰਨਦੀ, ਉਹ ਵਾਰ-ਵਾਰ ਦੁਹਰਾ ਰਹੇ ਸਨ। ਚਾਹੇ ਉਹ ਜੇ ਆਪਾਂ ਦੇਖੀਏ ਤਾਂ ਉਹਨਾਂ ਦਾ ਜਿਹੜਾ ਇੱਕ ਨੀਂਹ ਪੱਥਰ ਤੋੜਨਾ ਜਾਂ ਵਾਰ-ਵਾਰ ਇਸ ਤਰ੍ਹਾਂ ਦੇ ਦੋਸ਼ ਲਾਉਣੇ, ਉਹ ਸਿੱਧ ਕਰਦਾ ਹੈ ਕਿ ਉਹ ਰਾਜਨੀਤਿਕ ਸੰਤੁਸ਼ਟ ਨਹੀਂ ਸਨ ਆਪਦੀ ਸਰਕਾਰ 'ਚ। ਇਹਦਾ ਮਤਲਬ ਹੈ ਕਿ ਜੇ ਇੱਕ ਵਿਧਾਇਕ ਇਸ ਗੱਲ ਦਾ ਅਹਿਸਾਸ ਰੱਖਦਾ ਹੈ ਕਿ ਉਹਦੇ ਕੰਮ ਸਹੀ ਢੰਗ ਨਾਲ ਨਹੀਂ ਚੱਲ ਰਹੇ, ਤਾਂ ਉਹਦਾ ਜੀ ਪ੍ਰਭਾਵ ਲੋਕਾਂ 'ਚ ਤੇ ਹਲਕੇ ਦੇ ਵੋਟਾਂ 'ਚ ਕਿਸ ਤਰ੍ਹਾਂ ਦਾ ਹੋਏਗਾ ਉਸ ਚੀਜ਼ ਦਾ। ਇਹਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ, ਠੀਕ ਹੈ ਕਿ ਉਹ ਸੱਤਾਧਾਰੀ ਹੈ, ਪੂਰਾ ਜ਼ੋਰ ਲਾਏਗੀ, ਪਰ ਉਸ ਦਾ ਗ੍ਰਾਫ ਜਿਹੜਾ ਮੈਨੂੰ ਲੱਗਦਾ ਉਸ ਹਲਕੇ 'ਚ ਅੱਗੇ ਨਾਲੋਂ ਵਧਿਆ ਨਹੀਂ, ਉਹ ਘਟਿਆ ਹੀ ਆ। ਤੇ ਜੇ ਜੀ ਗੋਗੀ ਦੇ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਜਾਂਦੀ, ਵੈਸੇ ਤੇ ਸੰਭਾਵਨਾ ਹੈ ਕਿ ਉਹਨਾਂ ਨੂੰ ਹਮਦਰਦੀ ਮਿਲ ਸਕਦੀ ਹੈ। ਜੇ ਨਹੀਂ ਦਿੱਤੀ ਜਾਂਦੀ ਟਿਕਟ, ਤੇ ਤਦ ਵੀ ਇੱਕ ਮਸਲਾ ਖੜਾ ਹੋਏਗਾ। ਜੇ ਟਿਕਟ ਦਿੱਤੀ ਜਾਂਦੀ ਹੈ ਤਾਂ ਕੀ ਉਸ ਤਰ੍ਹਾਂ ਦੀ ਲਹਿਰ ਬਣ ਸਕੇਗੀ? ਪਰ ਕਿਉਂਕਿ ਉਹ ਸੱਤਾਧਾਰੀ ਨੇ, ਸਾਰਾ ਜ਼ੋਰ ਲਾਉਣਗੇ ਜੀ ਕਿ ਅਸੀਂ ਇਹ ਸੀਟ ਬਚਾ ਕੇ ਰੱਖੀ ਆਪਦੇ ਕੋਲ, ਤਾਂ ਉਹ ਤਾਂ ਹੈ ਹੀ ਹੈ। ਤਾਂ ਕਾਂਗਰਸ, ਜਿਵੇਂ ਆਪਾਂ ਗੱਲ ਕੀਤੀ ਹੈ, ਤਾਂ ਇਹਨਾਂ ਨੇ ਹੁਣ ਜ਼ੋਰ ਲਾਉਣੇ ਜਿਹੜੇ ਸ਼ੁਰੂ ਕਰ ਦਿੱਤੇ ਆ। ਦੇਖੋ ਜਿੰਨੀ ਕੁ ਜਾਣਕਾਰੀ ਆਪਣੇ ਕੋਲ ਸੀ, ਮੈਂ ਅੱਗੇ ਵੀ ਦੱਸਦਾ ਸੀਗਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਤਕਰੀਬਨ ਉਸੇ ਵੇਲੇ ਸੁਨੇਹਾ ਮਿਲ ਗਿਆ ਸੀਗਾ ਕਿ ਤੁਸੀਂ ਤਿਆਰੀ ਵੱਟੋ। ਤਾਂ ਜੀ ਹੁਣ ਦੇਖਣਾ ਹੋਵੇਗਾ ਕਿ ਕੌਣ ਜਿੱਤਦਾ, ਕੌਣ ਹਾਰਦਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੈਦਾਨ ਵੀ ਭਖਣ ਦੀ ਸੰਭਾਵਨਾ, ਕਿਉਂਕਿ ਸੀਟ ਖਾਲੀ ਐਲਾਨ ਦਿੱਤੀ ਗਈ ਸੀਗੀ ਜੀ, ਤੇ ਉਹਦੇ ਵਿੱਚ ਹੁਣ ਜੇ ਆਪਾਂ ਦੇਖੀਏ ਤਾਂ 6 ਮਹੀਨਿਆਂ ਦੇ ਅੰਦਰ ਇਲੈਕਸ਼ਨ ਹੋਣਾ ਹੈ, ਕਿਸੇ ਵੇਲੇ ਵੀ ਉਹ ਐਲਾਨ ਹੋ ਸਕਦਾ ਹੈ। ਤਾਂ ਇਸ ਕਰਕੇ ਪਾਰਟੀਆਂ ਜਿਹੜੀਆਂ ਤਿਆਰੀ ਕਰ ਰਹੀਆਂ, ਤਾਂ ਲੁਧਿਆਣੇ ਦੀ ਰਾਜਨੀਤੀ ਜਿਹੜੀ ਹੈ ਉਹ ਹੁਣ ਇਸ ਵੇਲੇ ਫਿਰ ਇੱਕ ਵਾਰੀ ਚੁੰਝ ਚਰਚਾ ਦੇ ਵਿੱਚ ਮਸਰੂਫ ਹੋ ਗਈ ਹੈ, ਕਿਹਨੂੰ ਟਿਕਟ ਮਿਲੇਗੀ ਜੀ, ਕੌਣ ਜਿੱਤੇਗਾ। ਪਰ ਇਹ ਜ਼ਿਮਨੀ ਚੋਣ ਜਿਹੜੀ ਹੈ, ਮੇਰੇ ਖਿਆਲ ਦੇ ਨਾਲ ਅਗਲੀਆਂ ਜਿਹੜੀਆਂ ਜ਼ਿਮਨੀ ਚੋਣਾਂ ਆਪਾਂ ਲੰਘੀਆਂ ਵੇਖੀਆਂ ਨੇ, ਉਹਨਾਂ ਦੇ ਮੁਕਾਬਲੇ ਥੋੜੀ ਜਿਹੀ ਭਿੰਨ ਹੋਏਗੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੁਧਿਆਣੇ ਦੇ ਵਿੱਚ ਜੋ ਵੀ ਇਲੈਕਸ਼ਨ ਹੋਣ ਜਾ ਰਿਹਾ ਜਾਂ ਹੋਏਗਾ, ਉਹ ਪੰਜਾਬ ਦੇ ਦੂਸਰੇ ਜਿਹੜੇ ਇਲੈਕਸ਼ਨ ਨੇ, ਚਾਹੇ ਬਾਈ ਇਲੈਕਸ਼ਨ ਨੇ, ਚਾਹੇ ਦੂਸਰੇ ਹੋਏ ਆ, ਤਾਂ ਉਹਨਾਂ ਤੋਂ ਜੀ ਥੋੜਾ ਜਿਹਾ ਡਿਫਰੈਂਟ ਹੋਏਗਾ। ਕਿਉਂਕਿ ਮੈਨੂੰ ਲੱਗਦਾ ਕਿ ਜੇ ਭਾਜਪਾ ਕੋਈ ਵੱਡੀ ਗੋਲਬੰਦੀ ਕਰਨ 'ਚ ਕਾਮਯਾਬੀ ਹਾਸਲ ਕਰਦੀ ਹੈ, ਤਾਂ ਉਹਦੀ ਸ਼ੁਰੂਆਤ ਜਿਹੜੀ ਆ ਉਹ ਇੱਥੋਂ ਹੀ ਹੋਵੇਗੀ ਜੀ।
ਜੀ, ਸੋ ਵੇਖਾਂਗੇ ਉਸ ਦੇ ਵਿੱਚ ਬਣੂਗਾ ਕੀ। ਪਰ ਪੰਜਾਬ ਦੀ ਸਾਬਕਾ ਰਹਿ ਚੁੱਕੀ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਹੋਣਾ ਤੇ ਮੁਕੱਦਮਾ ਚੱਲੇਗਾ ਜੀ। ਕਿਹੜਾ ਮੁਕੱਦਮਾ ਚੱਲਣ ਜਾ ਰਿਹਾ ਹੈ? ਇਹ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਤੇ ਵਿਰੋਧੀ ਜੀ, ਧਿਰ ਦਾ ਵੈਸੇ ਕੰਮ ਵੀ ਹੁੰਦਾ ਹੈ, ਇਹ ਰੋਸ ਮੁਜ਼ਾਹਰੇ ਪ੍ਰਦਰਸ਼ਨ ਕਰਦੇ ਆ ਲੀਡਰ, ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਬਈ ਵੇਖੋ ਗੁਰਪ੍ਰੀਤ ਜੀ, ਖਬਰ ਆ ਰਹੀ ਆ ਹੁਣ ਨਾਲ ਦੀ ਨਾਲ ਕਿ ਜਦੋਂ ਜੀ, ਜੀ, ਆਪਾਂ ਗੱਲ ਕਰ ਰਹੇ ਸੀ ਨਾ ਕਿ ਸੀਪੀ ਬੋਲੇ ਵੀ ਇਹ ਕਹਿੰਦੇ ਕਿ ਗ੍ਰਨੇਡ ਹਮਲਾ ਨਹੀਂ ਹੈ। ਦੇਖ ਲਓ, ਆਪਾਂ ਜੀ, ਗੱਲ ਕਰਦੇ ਸੀ, ਆਪਾਂ ਇਸ ਗੱਲ ਤੇ ਵਾਪਸ ਆਉਨੇ ਆ ਕਿ ਮਤਲਬ ਕਿ 1 ਸਾਲ ਤੋਂ ਇਹ ਬੰਦ ਹੋਈ ਸੀਗੀ ਕਿਉਂਕਿ ਦੱਸਦੇ ਆ ਤੇ ਅੱਤਵਾਦੀ ਹਮਲੇ ਦਾ ਸ਼ੱਕ ਹੈ, ਪਰ ਸੀਪੀ ਬੋਲੇ ਕਿ ਗ੍ਰਨੇਡ ਹਮਲਾ ਨਹੀਂ। ਤਾਂ ਇਹ ਕੋਈ ਬੰਦ ਪਈ ਚੌਂਕੀ ਹੈ। ਮੈਂ ਉਸ ਖਬਰ ਨੂੰ ਥੋੜਾ ਜਿਹਾ ਅਪਡੇਸ਼ਨ ਦੇਣੀ ਚਾਹਾਂਗਾ ਕਿਉਂਕਿ ਫਿਰ ਜੀ, ਰਿਕਾਰਡਡ ਪ੍ਰੋਗਰਾਮ ਹੋ ਜਾਂਦਾ ਜੀ। ਤਾਂ ਗੱਲ ਇਹ ਹੈ ਜੀ, ਕਿ ਜੀ, ਜੀ, ਅਸੀਂ ਦੱਸ ਦਿੱਤਾ ਵਿੱਚ। ਅੱਛਾ, ਆਪਾਂ ਤੁਹਾਡੀ ਪੁੱਛੀ ਖਬਰ ਤੇ ਆਈਏ ਕਿ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਹੁੰਦੇ ਨੇ ਸਭ, ਤਾਂ ਫਿਰ ਆਪਾਂ ਨੂੰ ਪਤਾ ਹੈ ਕਿ ਇਹਨਾਂ ਦੇ ਇਸ ਤਰ੍ਹਾਂ ਦੇ ਮਤਲਬ ਕਿ ਐਕਸ਼ਨਸ ਆਪਾਂ ਦੇਖਦੇ ਹੀ ਹਾਂ ਕਿ ਰੋਸ ਪ੍ਰਦਰਸ਼ਨ ਕਰਨਾ, ਧਰਨੇ, ਮੁਜ਼ਾਹਰੇ। ਉਦੋਂ ਤਾਂ ਬੀਬੀ ਜੀ ਐਮਐਸਪੀ ਵੀ ਮਤਲਬ ਕਿ ਚੁਟਕੀ ਚ ਹੀ ਦੇ ਰਹੇ ਸੀਗੇ, ਤੇ ਜੀ, ਬਾਅਦ ਦੇ ਜੀ, ਵਿੱਚ ਤੁਹਾਨੂੰ ਪਤਾ ਹੀ ਹੈ ਨਾ ਕਿ ਕਿੰਨੇ ਟਰੋਲ ਹੋਏ। ਤੋਂ ਐਮਐਸਪੀ ਅੱਜ ਵੀ ਇੱਕ ਚੁਣੌਤੀ ਹੈ, ਤੇ ਉਹਦਾ ਜੇ ਆਪਾਂ ਸੰਘਰਸ਼ ਦੇਖੀਏ ਤਾਂ ਪੰਜਾਬ ਦੇ ਵਿੱਚ ਹੀ ਹੋ ਰਿਹਾ ਇਸ ਵੇਲੇ। ਹਾਂਜੀ, ਤਾਂ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਉਦੋਂ ਪ੍ਰਦਰਸ਼ਨ ਕੀਤਾ ਸੀ 2021 ਦੇ ਆਸ-ਪਾਸ। ਤਾਂ ਉਸ ਵੇਲੇ ਪੁਲਿਸ ਨੇ, ਕਿਉਂਕਿ ਹੁਣ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਪਤਾ ਯੂਟੀ ਆ, ਜੀ, ਜੀ, ਉੱਥੇ ਪਾਬੰਦੀਆਂ ਲੱਗੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ। ਇਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਫਿਰ ਉਸ ਵੇਲੇ ਮੇਰੇ ਖਿਆਲ ਦੇ ਨਾਲ ਇੱਕ ਲਾਠੀ ਚਾਰਜ ਵੀ ਹੋਇਆ ਸੀਗਾ, ਜਿਹਦੇ ਚ ਅਨਮੋਲ ਗਗਨ ਜੀ ਨੂੰ ਮੇਰੇ ਖਿਆਲ ਦੇ ਨਾਲ ਹਲਕੀ ਫੁਲਕੀ ਸੱਟ ਵੀ ਲੱਗੀ ਸੀ, ਹਸਪਤਾਲ ਵੀ ਪਹੁੰਚੇ ਸੀ। ਉਹ ਪਤਾ ਨਹੀਂ ਉਹ ਪ੍ਰਦਰਸ਼ਨ ਸੀਗਾ ਕਿ ਹੋਰ। ਉਸ ਤੋਂ ਬਾਅਦ ਇਹ ਹੋਇਆ ਕਿ ਜੋ ਚੀਜ਼ ਹੁੰਦੀ ਹੈ ਅਕਸਰ ਕਿ ਪਰਚਾ ਦਰਜ ਕਰ ਲਿਆ ਜਾਂਦਾ, ਪਰ ਕਿਉਂਕਿ ਇਹ ਵਿਧਾਇਕਾ ਵੀ ਬਣ ਗਏ ਤੇ ਮੰਤਰੀ ਵੀ ਬਣ ਗਏ, ਤਾਂ ਵਿਸ਼ੇਸ਼ ਅਧਿਕਾਰ ਇਹਨਾਂ ਦੇ ਜਿਹੜੇ ਆ ਉਹ ਇਹਨਾਂ ਨੂੰ ਮਿਲ ਗਏ। ਤਾਂ ਹੁੰਦਾ ਕੀ ਹੈ ਕਿ ਕੁਝ ਅਜਿਹੇ ਮਾਮਲਿਆਂ ਦੇ ਵਿੱਚ ਇਹ ਹੁੰਦਾ ਹੈ ਕਿ ਇੱਕ ਇਜਾਜ਼ਤ ਲੈਣੀ ਲਾਜ਼ਮੀ ਹੁੰਦੀ ਹੈ। ਤਾਂ ਹੁਣ ਉਹ ਇਜਾਜ਼ਤ ਮਿਲ ਗਈ ਆ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਸਮਾਂ ਜਿਹੜਾ ਸੁਨਹਿਰੀ ਸਮਾਂ ਸੀ ਰਾਜਨੀਤੀ ਦੇ ਵਿੱਚ, ਉਹ ਲੱਦ ਗਿਆ ਹੈ ਜੀ। ਇੱਕ ਤਾਂ ਹੁਣ ਮੁਕੱਦਮਾ ਚੱਲੇਗਾ, ਤੇ ਤੁਸੀਂ ਆਪ ਹੀ ਦੱਸਿਆ ਕਿ ਸਾਬਕਾ ਮੰਤਰੀ, ਤਾਂ ਇੱਕ ਮੰਤਰੀ ਦਾ ਸਾਬਕਾ ਹੋ ਜਾਣਾ, ਇਹਨਾਂ ਨੇ ਆਪਣਾ ਮੰਤਰੀ ਪੁਣਾ ਬਚਾਉਣ ਵਾਸਤੇ ਬਹੁਤ ਚਾਰਾਜੋਈ ਕੀਤੀ ਅੰਦਰ ਖਾਤੇ। ਜੋ ਸਾਡੇ ਕੋਲ ਖਬਰ ਹੈ ਕਿ ਇਹਨਾਂ ਨੇ ਦਿੱਲੀ ਤੱਕ ਆਪਣੇ ਹੱਕ ਦੇ ਵਿੱਚ ਕਾਫੀ ਲਾਮਬੰਦੀ ਕਰਨ ਦਾ ਯਤਨ ਕੀਤਾ, ਪਰ ਸਫਲ ਨਹੀਂ ਹੋ ਸਕੇ। ਇੱਕ ਤਾਂ ਉਹ ਆ, ਤਾਂ ਦੂਸਰਾ ਹੁਣ ਟ੍ਰਾਇਲ ਤਾਂ ਚੱਲੇਗਾ। ਪਰ ਇਹ ਇਸ ਕਰਕੇ ਹੈ ਗੁਰਪ੍ਰੀਤ ਜੀ ਕਿ ਹਾਂਜੀ, ਮੈਂ ਇਹ ਕਹਿ ਰਿਹਾ ਸੀਗਾ ਕਿ ਦੇਖੋ ਯੂਟੀ ਕਰਕੇ ਇਹ ਮੁਕੱਦਮਾ ਦਰਜ ਹੋ ਗਿਆ ਤੇ ਹੁਣ ਚਲੋ ਇਜਾਜ਼ਤ ਮਿਲ ਗਈ, ਟ੍ਰਾਇਲ ਚੱਲੇਗਾ। ਮੈਂ ਕਹਿ ਰਿਹਾ ਸੀਗਾ ਕਿ ਮੈਂ ਜਿੰਨਾ ਵੀ ਮੇਰਾ ਤਜਰਬਾ ਹੈ ਕਿ ਮੈਨੂੰ ਪੱਕਾ ਯਕੀਨ ਹੈ ਕਿ ਮੰਨ ਲਓ ਜੇ ਕਿਸੇ ਧਿਰ ਦਾ ਕੋਈ ਰਾਜਨੇਤਾ ਇਸ ਤਰ੍ਹਾਂ ਦੇ ਮਾਮਲੇ 'ਚ ਫਸ ਜਾਵੇ ਤੇ ਉਹ ਮੁੜ ਕੇ ਉਹਨਾਂ ਦੀ ਪਾਰਟੀ ਤਾਕਤ ਦੇ ਵਿੱਚ ਆ ਜਾਵੇ, ਸੱਤਾ 'ਚ ਆ ਜਾਵੇ, ਤਾਂ ਪਹਿਲੀ ਗੱਲ ਉਹ ਪਰਮਿਸ਼ਨ ਨਹੀਂ ਦੇਣਗੇ। ਦੂਜੀ ਗੱਲ ਹੈ ਕਿ ਜੇ ਮੰਨ ਲਓ ਕੇਸ ਚੱਲਣ ਲੱਗ ਜਾਏਗਾ ਤਾਂ ਸਾਲਾਂ ਬੱਧੀ ਉਹਦੇ ਵਿੱਚ ਚਾਰਜ ਸ਼ੀਟ ਹੀ ਫਾਈਲ ਨਹੀਂ ਕੀਤੀ ਜਾਂਦੀ। ਇਹਦੀ ਇੱਕ ਮਿਸਾਲ ਰਵਨੀਤ ਬਿੱਟੂ ਦੀ ਮੈਂ ਦੇਣਾ ਹੁੰਦਾ ਕਿ ਰਵਨੀਤ ਬਿੱਟੂ ਨੇ ਅਕਾਲੀਆਂ ਦੇ ਰਾਜ ਵੇਲੇ ਇੱਕ ਬਠਿੰਡੇ 'ਚ ਪ੍ਰਦਰਸ਼ਨ ਕੀਤਾ ਸੀਗਾ, ਜਿਹਦੇ 'ਚ ਉਹਨਾਂ ਦੀ ਦਸਤਾਰ ਵੀ ਉਤਰ ਗਈ ਸੀ ਤੇ ਮੁਕੱਦਮਾ ਦਰਜ ਹੋਇਆ। ਔਰ ਉਹ ਮਾਮਲਾ ਅੱਜ ਤੱਕ ਵੀ, ਜੇ ਤੁਸੀਂ ਕਿਤੇ ਕੋਈ ਡਾਕੂਮੈਂਟ ਹਾਸਲ ਕਰਨ 'ਚ ਕਾਮਯਾਬ ਹੋ ਜਾਓ ਤਾਂ ਤੁਸੀਂ ਛਾਣ ਲਿਓ, ਮੈਨੂੰ ਪੱਕਾ ਯਕੀਨ ਹੈ ਕਿ ਉਹ ਕੇਸ ਹਾਲੇ ਵੀ ਪੈਂਡਿੰਗ ਦਾ ਪੈਂਡਿੰਗ ਪਿਆ, ਕਿਉਂਕਿ ਉਹਦੇ 'ਚ ਚਾਰਜ ਸ਼ੀਟ ਹੀ ਨਹੀਂ ਸੀ ਜੀ। ਸੋ ਇਸ ਤਰੀਕੇ ਦੇ ਨਾਲ ਕਈ ਵਾਰ ਕਾਰਵਾਈਆਂ ਲੰਮੀਆਂ ਲਟਕ ਜਾਂਦੀਆਂ ਨੇ ਤੇ ਸਿਰਫ ਹਾਥੀ ਦੇ ਦੰਦ ਰਹਿ ਜਾਂਦੇ ਨੇ ਦਿਖਾਉਣ ਨੂੰ। ਸੋ ਅੱਗੇ ਵਧਦੇ ਹਾਂ ਜੀ ਅਗਲੀ ਖਬਰ ਦੇ ਵੱਲ, ਤੇ ਅਗਲੀ ਖਬਰ ਹੈ ਜੀ ਆਪ ਨੂੰ ਮਿਲ ਰਹੀਆਂ ਨੇ 55 ਸੀਟਾਂ। ਕੇਜਰੀਵਾਲ ਜੀ ਦਾਅਵਾ ਕਰ ਰਹੇ ਨੇ ਅੱਜ। ਦੇਖੋ, ਅਰਵਿੰਦ ਕੇਜਰੀਵਾਲ ਹੋਰਾਂ ਦਾ ਕੌਨਫੀਡੈਂਸ ਜਿਹੜਾ ਉਹ ਇਸ ਬਿਆਨ ਤੋਂ ਝਲਕਦਾ ਜ਼ਰੂਰ ਹੈ ਕਿ ਉਹ 55 ਸੀਟਾਂ ਕਹਿ ਰਹੇ, ਪਰ ਇਹਦਾ ਮਤਲਬ ਹੈ ਕਿ ਥੱਲੇ ਆ ਰਹੇ ਨੇ ਉਹ ਅੱਗੇ ਨਾਲ 67 ਜਾਂ 62। ਐਸਾ ਇਤਿਹਾਸ ਹੁਣ ਨਹੀਂ ਦੁਹਰਾਇਆ ਜਾਏਗਾ, ਇਹ ਤਾਂ ਮੰਨ ਗਏ ਨਾ। ਤਾਂ ਇਹੀ ਮੂੰਹ ਹੀ ਗੱਲ ਲੋਕ ਕਹਿ ਰਹੇ ਸੀਗੇ ਕਿ ਅਰਵਿੰਦ ਕੇਜਰੀਵਾਲ ਜਾਂ ਝਾੜੂ ਦਿੱਲੀ ਦੇ ਵਿੱਚ ਹੇਠਾਂ ਡਿੱਗਣਗੇ।
55 ਜੇ ਉਹ ਮੂੰਹੋਂ ਕਹਿ ਰਹੇ ਆ ਤਾਂ ਤੁਸੀਂ ਇੱਕ ਮੋਟਾ ਅੰਦਾਜ਼ਾ ਲਾ ਲਓ ਕਿ 10 ਹੋਰ ਮਾਈਨਸ ਕਰ ਦਿਓ ਇਹਦੇ ਚੋਂ, ਮਤਲਬ 10 ਇਹਦੇ ਚੋਂ ਹੋਰ ਮਾਈਨਸ ਕਰਕੇ ਚੱਲੋ ਤਾਂ 40-45 ਵਾਲੇ ਦਾਇਰੇ 'ਚ ਹੀ ਆ ਰਹੇਗਾ। ਪਰ ਦੇਖੋ ਉਹਨਾਂ ਦੀ ਬਾਡੀ ਲੈਂਗੁਏਜ ਜਿਹੜੀ ਹੈ ਨਾ, ਉਹ ਇਹ ਦਰਸਾ ਰਹੀ ਅੱਜ ਕੱਲ ਉਹਨਾਂ ਦੀਆਂ ਸਟੇਟਮੈਂਟਾਂ ਕਿ ਸ਼ਾਇਦ ਉਹਨਾਂ ਦੀ ਆਪਣੀ ਸੀਟ ਵੀ ਫਸ ਗਈ ਆ ਨਵੀਂ ਦਿੱਲੀ ਵਾਲੀ। ਕਿਉਂਕਿ ਦੇਖੋ ਇਹ ਜੋ ਸੀਟਾਂ ਘਟਾ ਕੇ ਦੱਸ ਰਹੇ ਆ ਕਿ ਸਾਨੂੰ 55 ਮਿਲ ਰਹੀਆਂ ਜੀ, ਤਾਂ ਸੱਚਾਈ ਜਿਹੜੀ ਆ ਉਹ ਇਹ ਆ ਕਿ ਲਗਭਗ ਤੁਸੀਂ 25-30 ਸੀਟਾਂ ਆਮ ਆਦਮੀ ਪਾਰਟੀ ਦੀਆਂ ਮੰਨ ਸਕਦੇ ਹੋ ਕਿ ਤੈਅ ਨੇ, ਪਰ ਲਗਭਗ ਜੇ ਆਪਾਂ ਦੇਖੀਏ ਤਾਂ ਅੱਧੀਆਂ ਪਚੱਧੀਆਂ ਭਾਜਪਾ ਦੀਆਂ ਵੀ ਐਤਕੀ ਤੈਅ ਨੇ। ਸਮਝ ਗਏ ਨਾ ਤੁਸੀਂ? ਜੀ, ਜੇ ਆਪਾਂ ਇਹ ਦੇਖੀਏ ਕਿ ਇੱਕ ਸਾਈਡ ਉਹ ਜਿੱਤ ਗਏ, ਇੱਕ ਸਾਈਡ ਉਹ ਜਿੱਤ ਗਏ, ਇੰਨੀਆਂ ਕੁ ਤੈਅ ਨੇ, ਤਾਂ ਇਹਦਾ ਮਤਲਬ ਕਿ ਜਿਹੜੀਆਂ ਰਹਿੰਦੀਆਂ ਸੀਟਾਂ ਨੇ ਉਹ ਫਸੀਆਂ ਹੋਈਆਂ। ਫਰਜ਼ ਕਰੋ ਅਸੀਂ 25-15 ਨੂੰ ਮੰਨ ਕੇ ਚੱਲ ਲਈਏ, 35 ਤੋਂ 40 ਸੀਟਾਂ ਬਈ ਨਿਰਣਾ ਲਗਭਗ, ਕਿਉਂਕਿ ਕਈ ਸੀਟਾਂ ਐਸੀਆਂ ਨੇ 8-10 ਸੀਟਾਂ ਤੇ ਐਸੀਆਂ ਨੇ ਦਿੱਲੀ ਦੀਆਂ ਜਿਹੜੀਆਂ ਹੱਥੋਂ ਸੁੱਟੀਆਂ ਆਮ ਆਦਮੀ ਪਾਰਟੀ ਨੂੰ ਜਾਣੀਆਂ, ਜੋ ਮਰਜ਼ੀ ਹੋ ਜਾਵੇ, ਠੀਕ ਹੈ ਨਾ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਆਪਾਂ ਇੱਕ ਮੋਟਾ ਅੰਦਾਜ਼ਾ ਲਾ ਲਈਏ, ਚਲੋ ਇਹਨਾਂ ਦਾ ਆਪਣਾ ਦਾਵਾ ਹੈ, ਤਾਂ ਉਹ ਇਹੋ ਆ ਕਿ ਜੇ ਮੰਨ ਕੇ ਚੱਲੀਏ 40 ਕਿ 25 ਉਹ ਜਿੱਤਦੇ ਆ ਤੇ 10-15 ਚਲੋ ਉਹ ਜਿੱਤਦੇ ਆ, 35-40 ਤਾਂ ਦੂਸਰੀਆਂ ਸੀਟਾਂ ਇਹਦਾ ਮਤਲਬ ਹੈ ਜਾਂ ਤਾਂ ਕਾਂਗਰਸ ਜਿੱਤ ਰਹੀ ਹੈ ਜਾਂ ਫਸੀਆਂ ਨੇ। ਤਾਂ ਫਸੀਆਂ ਸੀਟਾਂ ਜਿਹੜੀਆਂ ਨੇ ਸਭ, ਉਹਨਾਂ ਨੂੰ 30 ਲਾ ਲਓ ਜਾਂ 32, 33, 35 ਲਾ ਸਕਦੇ ਹੋ ਤੁਸੀਂ ਹੱਥ। ਤਾਂ ਉਹਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਜੇ ਆਪਾਂ ਦੇਖੀਏ ਇੱਥੋਂ ਤੱਕ ਪਹੁੰਚਣ ਵਾਸਤੇ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਤਾਂ ਥੋੜਾ ਚਾਹੀਦਾ, ਤਾਂ ਭਾਜਪਾ ਨੂੰ ਬਹੁਤ ਜ਼ਿਆਦਾ ਜ਼ੋਰ ਲਾਉਣਾ ਪਵੇਗਾ ਸੱਤਾ ਹਾਸਲ ਕਰਨ। ਪਰ ਭਾਜਪਾ ਜੇ ਸੱਤਾ ਹਾਸਲ ਨਹੀਂ ਵੀ ਕਰਦੀ, ਉਹ ਇਹਨਾਂ ਨੂੰ 40-45 ਤੇ ਰੋਕ ਲੈਂਦੀ ਹੈ ਗੁਰਪ੍ਰੀਤ ਜੀ, ਤਾਂ ਇੱਕ ਵੱਡਾ ਖਿਲਾ ਹੋ ਸਕਦਾ ਇਹਨਾਂ ਦੇ ਨਾਲ ਕਿਸੇ ਵੇਲੇ ਜੀ। ਇਸ ਕਰਕੇ ਇਹ ਕੌਨਫੀਡੈਂਸ ਤੇ ਦਰਸਾ ਰਹੇ ਨੇ, ਪਰ ਬਾਡੀ ਲੈਂਗੁਏਜ ਇਹਨਾਂ ਦੀ ਸਾਥ ਨਹੀਂ ਦਿੰਦੀ ਨਜ਼ਰ ਆ ਰਹੀ। ਉਹ ਮਤਲਬ ਕਿ ਹੁਣ ਜਿਵੇਂ ਆਪਾਂ ਦੇਖੀਏ ਮੱਧ ਵਰਗ ਹੈ, ਉੱਥੇ ਜੋ ਬਾਹਰਲੇ ਲੋਕ ਆ ਜਾਂ ਝੁੱਗੀ ਚੋਪੜੀ ਵਾਲੇ ਆ, ਉਹ ਮੁਸਲਿਮ ਵੋਟ ਐਤਕੀ ਉਹ ਕਾਂਗਰਸ ਦਾ ਵੀ ਦੇਖੋ ਅਸਰ ਦਿਖਾਈ ਦੇਗਾ ਨਾ, ਜਾਂ ਤਾਂ ਹੁਣ ਕਾਂਗਰਸ ਦੇ ਨਾਲ ਸੈਟਿੰਗ ਹੋ ਜਾਵੇ ਤਾਂ ਕਾਂਗਰਸ ਇਹਨਾਂ ਦੀ ਮਦਦ ਕਰ ਦੇਵੇ ਤਾਂ ਬਹੁਤ ਹੱਦ ਤੱਕ ਬਚਾ ਸਕਦੀ ਹੈ। ਪਰ ਜੇ ਕਾਂਗਰਸ ਨੇ ਥੋੜਾ ਬਹੁਤਾ ਹੋਰ ਗੇਨ ਕੀਤਾ, ਮੁਸਲਿਮ ਵੋਟ ਖਰਾਬ ਕੀਤੀ ਇਹਨਾਂ ਦੀ, ਖਰਾਬ ਦਾ ਮਤਲਬ ਕਿ ਉਹ ਨੁਕਸਾਨ ਕਰ ਦਿੱਤਾ, ਝੁੱਗੀ ਝੋਪੜੀ ਵਾਲਾ ਨੁਕਸਾਨ ਕਰ ਦਿੱਤਾ, ਮੱਧ ਵਰਗ ਦੀ ਵੋਟ ਜ਼ਿਆਦਾਤਰ ਅੱਗੇ ਭਾਜਪਾ ਦੇ ਕੋਲ ਹੈ, ਤਾਂ ਟੈਕਸ ਦੇ ਵਿੱਚ ਜਿਹੜੀ ਉਹਨਾਂ ਨੇ ਛੋਟ ਦਿੱਤੀ ਆ ਉਹਦਾ ਲਾਹਾ ਵੀ ਮਿਲ ਸਕਦਾ ਹੈ। ਸੋ ਇਸ ਕਰਕੇ ਇਹ ਅੱਜ ਦੇ ਬਿਆਨ ਤੋਂ ਸਾਫ਼ ਹੈ, ਤੁਸੀਂ ਮਤਲਬ ਕਿ ਇਹ ਤੇ ਵਿਸ਼ਲੇਸ਼ਣ ਦੇ ਵਿੱਚ ਹੁਣ ਤੁਸੀਂ ਮੋਹਰ ਲਾ ਲਓ ਆਪਣੇ 'ਚ ਕਿ ਭਾਈ ਅਰਵਿੰਦ ਕੇਜਰੀਵਾਲ ਖੁਦ ਮੰਨ ਗਏ ਆ ਕਿ ਉਹ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਥੱਲੇ ਹੀ ਅੱਗੇ ਨਾਲੋਂ ਆਉਣਗੇ, ਬੇਸ਼ੱਕ ਉਹ ਸਰਕਾਰ ਬਣਾ ਲੈਣ ਜਾਂ ਕਹਿ ਲਓ ਵੱਡੀ ਪਾਰਟੀ ਬਣ ਕੇ ਉੱਭਰ ਜਾਣ, ਪਰੰਤੂ ਇਹ ਸਾਫ਼ ਹੈ ਕਿ ਭਾਜਪਾ ਅੱਗੇ ਵਧੇਗੀ ਤੇ ਇਹ ਥੋੜਾ ਜਿਹਾ ਪਿੱਛੇ ਆਉਣਗੇ, ਐਸਾ ਇਹ ਆਪ ਹੀ ਮੰਨ ਚੁੱਕੇ ਨੇ। ਤੋ ਆਖਰੀ ਦੇ ਵਿੱਚ ਤੇਜ਼ੀ ਨਾਲ ਖਬਰ ਤੇ ਆਉਂਦੇ ਆ ਕਿਉਂਕਿ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ, ਤੇ ਅੱਜ ਕੁੰਭ ਮੇਲੇ ਨੂੰ ਲੈ ਕੇ ਖਾਸੀ ਚਰਚਾ ਰਾਜ ਸਭਾ ਦੇ ਵਿੱਚ ਹੋਈ ਤੇ ਉੱਥੇ ਖੜਗੇ ਸਾਹਿਬ ਨੇ ਬੋਲਦਿਆਂ ਹੋਇਆਂ ਗਿਣਤੀ ਹਜ਼ਾਰਾਂ ਤੱਕ ਗਿਣਾ ਦਿੱਤੀ ਹੈ, ਫਿਰ ਥੋੜੀ ਤਲਖੀ ਵੀ ਵਧੀ ਜੀ। ਦੇਖੋ ਧਨਖੜ ਹੋਰਾਂ ਨੇ ਕਿਹਾ ਕਿ ਬਿਆਨ ਤੁਸੀਂ ਵਾਪਸ ਲੈ ਲਓ। ਮੈਂ ਤੇ ਇਸ ਜਿਹੜੇ ਧਨਖੜ ਸਾਹਿਬ ਹੈ ਨਾ, ਇਸ ਵਿਅਕਤੀ ਨੂੰ ਮਾਫ ਕਰਨਾ, ਬਹੁਤ ਜ਼ਿੰਮੇਵਾਰ ਅਹੁਦੇ ਤੇ ਬੈਠੇ ਆ, ਬਹੁਤ ਸਨਮਾਨਿਤ ਤੇ ਸੰਵਿਧਾਨਕ ਅਹੁਦਾ ਹੈ, ਪਰ ਮੈਂ ਸੱਚੀ ਇਹਨਾਂ ਵਾਸਤੇ ਸ਼ਬਦ ਇਸਤੇਮਾਲ ਕਰਾਂਗਾ ਕਿ ਬਦਮਿਜ਼ਾਜ ਹੀ ਨਹੀਂ, ਕਈ ਵਾਰ ਤਾਂ ਨਜ਼ਰ ਆਉਂਦਾ ਕਿ ਬੇਸ਼ਰਮ ਨੇਤਾ ਵੀ ਨੇ। ਹੁਣ ਤੁਸੀਂ ਵੇਖੋ ਕਿ ਕੁੰਭ ਦੇ ਇਹ ਯੋਗੀ ਆਦਿੱਤਿਆਨਾਥ ਨੂੰ ਸਰਾਈ ਜਾਂਦੇ ਸੀ ਉੱਥੇ ਜਾ ਕੇ ਸਭ, ਕਿ ਇਹੋ ਜਿਹੇ ਪ੍ਰਬੰਧ ਤਾਂ ਦੁਨੀਆ 'ਚ ਕਿਤੇ ਨਹੀਂ ਹੋ ਸਕਦੇ ਸਨ, ਤੇ ਤੁਸੀਂ ਇੱਕ ਸ਼ਬਦ ਵੀ ਮਰਨ ਵਾਲਿਆਂ ਵਾਸਤੇ ਨਹੀਂ ਬੋਲਿਆ। ਤੇ ਜੇ ਕੋਈ ਬੋਲ ਰਿਹਾ ਹੈ, ਹਾਲਾਂਕਿ ਮੈਨੂੰ ਨਹੀਂ ਪਤਾ ਕਿ ਇਹਨਾਂ ਨੇ ਹਜ਼ਾਰਾਂ ਵਾਲਾ ਅੰਕੜਾ ਕਿੱਥੋਂ ਲੈ ਲਿਆ, ਤੇ ਜੇ ਇਹਨਾਂ ਦੇ ਕੋਲ ਪੁਖਤਾ ਅੰਕੜਾ ਨਹੀਂ, ਮੇਰੇ ਖਿਆਲ ਦੇ ਨਾਲ ਤੁੱਕਾ ਨਹੀਂ ਲਾਉਣਾ ਚਾਹੀਦਾ। ਉੱਥੇ ਤੁਸੀਂ ਕਹਿ ਸਕਦੇ ਹੋ ਕਿ ਬਾਈ ਮੌਤਾਂ ਤੁਹਾਡੇ ਅੰਕੜੇ ਤੋਂ ਵਧੇਰੇ ਹੋਈਆਂ ਨੇ, ਕਿੰਨੀਆਂ ਵਧੇਰੇ ਹੋਈਆਂ ਸਪਸ਼ਟ ਕਰੋ। ਉਹ ਸ਼ਬਦ ਮੇਰੇ ਖਿਆਲ ਦੇ ਨਾਲ ਵਾਜਬ ਵੈ ਢੁਕਵਾਂ ਹੈ। ਤਾਂ ਗੱਲ ਇਹ ਆ ਕਿ ਇਹਨਾਂ ਨੇ ਫਿਰ ਕਿਹਾ ਕਿ ਮਾਫੀ ਮੰਗੋ,
ਤਾਂ ਹੁਣ ਉਹ ਕਹਿੰਦੇ ਕਿ ਫਿਰ ਤੁਸੀਂ ਸਹੀ ਅੰਕੜਾ ਦੱਸ ਦਿਓ। ਸਭ ਲੋਕ ਉੱਥੇ ਤੁਹਾਨੂੰ ਕਈ ਪ੍ਰਤੱਖਦਰਸ਼ੀ ਜਿਹੜੇ ਦਿਖਾਈ ਦੇਣਗੇ, ਉਹ ਕਹਿੰਦੇ ਕਿ ਕੋਈ ਕਹਿੰਦਾ 60-70 ਲਾਸ਼ਾਂ ਤੇ ਮੈਂ ਆਪ ਗਿਣੀਆਂ ਨੇ, ਇਹ 30 ਤੋਂ ਅੱਗੇ ਵੱਧ ਨਹੀਂ ਰਹੇ। ਟੈਗ ਲੱਗੇ ਹੋਏ ਇੱਕ ਫੋਟੋ 'ਚ 58 ਤੱਕ ਨਜ਼ਰ ਆ ਰਹੇ ਨੇ। ਅੱਛਾ, ਉਧਰ ਭਾਜੜ ਵੀ ਕਹਿੰਦੇ ਕਿ 2 ਥਾਈਂ ਪਈ ਆ, ਦੂਜੀ ਭਾਜੜ ਦੀ ਖਬਰ ਵੀ ਲੁਕਾ ਲਈ ਜਾਂਦੀ ਹੈ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਠੀਕ ਹੈ, ਜਦੋਂ ਤੁਸੀਂ ਅੰਕੜੇ ਲੁਕਾ ਰਹੇ, ਜਦੋਂ ਤੁਸੀਂ ਘਟਨਾ ਜਦੋਂ ਹੋ ਗਈ ਸੀ ਉਦੋਂ ਵੀ ਪਰਦਾਪੋਸ਼ੀ ਕਰਨ ਦਾ ਯਤਨ ਕਰਦੇ ਰਹੇ। ਕੁੰਭ ਨਾਲ ਜੁੜੀਆਂ ਹੋਰ ਵੀ ਬਹੁਤ ਗੱਲਾਂ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਅਸੀਂ ਜੀ ਕਿਸੇ ਦੀ ਆਸਥਾ ਤੇ ਸੱਟ ਨਹੀਂ ਮਾਰਦੇ, ਉੱਥੇ ਸ਼ਰਾਬ ਜਾਂ ਹੋਰ ਚੀਜ਼ਾਂ ਦਾ ਵੀ ਜ਼ਿਕਰ ਆ ਰਿਹਾ ਹੈ। ਮੈਂ ਉਹ ਕਹਿਣਾ ਨਹੀਂ ਚਾਹੂੰਗਾ ਕਿਉਂਕਿ ਬਹੁਤ ਵੱਡਾ ਇੱਕ ਸਨਾਤਨ ਜਾਂ ਹਿੰਦੂ ਧਰਮ ਦਾ ਇਹ ਕਹਿ ਸਕਦੇ ਆ ਕਿ ਬਈ ਪਵਿੱਤਰ ਇਹਨਾਂ ਦਾ ਹੈ ਜੀ ਕੁੰਭ ਜੀ ਮੇਲਾ ਹੁੰਦਾ। ਤਾਂ ਉਹਦੇ ਵਿੱਚੋਂ ਖਬਰਾਂ ਜਿੱਦਾਂ ਦੀਆਂ ਆ ਰਹੀਆਂ ਨੇ ਕਿ ਵੀਆਈਪੀ ਬੰਦਿਆਂ ਨੂੰ ਤੇ ਸਾਰੀਆਂ ਸਹੂਲਤਾਂ, ਆਮ ਬੰਦਾ ਉੱਥੇ ਸਭ ਬਹੁਤ ਬੁਰੀ ਹਾਲਤ ਦੇ ਵਿੱਚ, ਇੱਥੋਂ ਤੱਕ ਕਿ ਡੈੱਡ ਬੋਡੀਜ਼ ਲਿਜਾਣ ਵਾਲਿਆਂ ਲਈ ਵੀ ਬਹੁਤ ਮੁਸ਼ਕਲਾਂ ਨੇ। ਜੀ ਜੀ ਇਹ ਮੇਰੇ ਖਿਆਲ ਦੇ ਨਾਲ ਤਾਂ ਜਿਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਪ ਰਾਸ਼ਟਰਪਤੀ ਵਰਗੇ ਜਿਹੜੇ ਇਹ ਅਹੁਦੇ ਤੇ ਬੈਠੇ ਆ, ਕਿ ਇਹ ਸਗੋਂ ਗਿਣਤੀ ਸਹੀ ਤੌਰ ਤੇ ਦੇਸ਼ ਦੇ ਸਾਹਮਣੇ ਲਿਆਉਣ। ਉਹ ਜਿੱਦਾਂ ਖੜਗੇ ਸਾਹਿਬ, ਚਲੋ ਮੈਂ ਅੱਗੇ ਵੀ ਉਹਨਾਂ ਦੇ ਨਾਲ ਸਹਿਮਤੀ ਜਤਾ ਚੁੱਕਾ, ਇਹ ਤਾਂ ਸਗੋਂ ਚੁੱਪ ਜੀ। ਕਰਾ ਰਿਹਾ ਕਿ ਉਸ ਮੁੱਦੇ ਤੇ ਬੋਲੋ ਹੀ ਨਾ। ਸੋ ਇਹ ਤਾਂ ਹੈ ਜੋ ਭੂਮਿਕਾ ਦੇ ਵਿੱਚ ਉਹਨੇ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਪੈਰਲਲ ਦੋਨੋਂ ਧਿਰਾਂ ਦੀਆਂ ਗੱਲਾਂ ਸੁਣਨੀਆਂ ਹੁੰਦੀਆਂ ਨੇ, ਪਰ ਕਿਤੇ ਨਾ ਕਿਤੇ ਝੁਕਾਓ ਦਿਨੋਂ ਦਿਨ ਹਰੇਕ ਕਿਸੇ ਵੀ ਸਦਨ ਦੀ ਗੱਲ ਕਰ ਲਓ ਇੱਕ ਪਾਸੇ ਨੂੰ ਵੱਧਦਾ ਨਜ਼ਰ ਆਉਂਦਾ। ਬੇਸ਼ੱਕ ਪੰਜਾਬ ਦੀ ਵਿਧਾਨ ਸਭਾ ਦੀ ਹੀ ਗੱਲ ਕਰ ਲਓ, ਕੋਈ ਵੀ ਅੱਗੇ ਬੋਲ ਕੇ ਰਾਜ਼ੀ ਨਹੀਂ ਹੈ। ਸੋ ਮਿੰਟੂ ਜੀ, ਤੁਸੀਂ ਸਾਰੀਆਂ ਖਬਰਾਂ ਤੇ ਚਾਨਣਾ ਪਾਇਆ, ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਜ਼ਰੀਏ ਤੁਹਾਡੇ ਨਾਲ ਪੰਜਾਬ ਤੇ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਤੋਂ ਦੇ ਪਰਪੱਖ ਦੇ ਵਿੱਚ ਚੋਣ ਬਾਕੀ ਨਜ਼ਰ ਪਵਾਈ ਹੈ ਤੇ ਨਜ਼ਰਸਾਨੀ ਕਰਦਿਆਂ ਹੋਇਆਂ ਸਾਰੀਆਂ ਖਬਰਾਂ ਦੇ ਵਿੱਚ ਵਿਸ਼ਲੇਸ਼ਣ ਕੀਤਾ ਤੇ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸੇ ਤਰੀਕੇ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਨਾਲ ਜੁੜੇ ਰਹੋ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮੈਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ, ਪਿਆਰ ਭਰੀ ਸਤਿ